ਮਿਲੀ ਹੈ। ਸੋ ਵਾਹਿਗੁਰੂ ਦੇ ਸਰੂਪ ਨੂੰ ਨਿਰਯਤਨ ਹੀ ਪ੍ਰਾਪਤ ਹੋਵੇਗੀ। ਕਿਉਂਕਿ ਜਿਸ ਨੇ ਨਾਮ ਦਾ ਰਸ ਲਿਆ, ਨਾਮ ਜਪਦੀ ਹੈ, ਜਗਿਆਸੂ ਰੂਪ ਇਸਤਰੀ। ਕਿਉਂਕਿ ਤਿਸ ਦਾ ਮਨ ਵਾਹਿਗੁਰੂ ਨੇ ਮੋਹ ਲਿਆ ਹੈ। ਮਨ ਮੋਹਨ ਮੋਹ ਲੀਆ ਜੀਓ, ਦੁਬਦਾ ਸਹਿਜ ਸਮਾਏ। ਤੇ ਤਿਸ ਦੇ ਦਵੈਤ ਭਾਵ ਆਦਿਕ ਵਿਕਾਰ ਸੁਭਾਵਕ ਸੁਤੇ ਹੀ ਨਾਸ ਹੋ ਗਏ ਨੇ। ਦੁਬਦਾ ਸਹਿਜ ਸਮਾਏ, ਕਾਮਨ ਵਰ ਪਾਏ। ਗੁਰਮਤੀ ਰੰਗ ਲਾਏ। ਪਾਤਸ਼ਾਹ ਫਰਮਾਉਂਦੇ ਨੇ, ਦੁਬਦਾ ਸਹਿਜ ਸਮਾਏ, ਕਾਮਨ ਵਰ ਪਾਏ। ਗੁਰਮਤੀ ਰੰਗ ਲਾਏ। ਇਹੋ ਸਰੀਰ ਕੂੜ ਕੁਸਤ ਭਇਆ, ਗਲ ਤਾਈ ਪਾਪ ਕਮਾਏ। ਪਾਤਸ਼ਾਹ ਫਰਮਾਉਂਦੇ ਨੇ, ਦਵੈਤ ਭਾਵ ਨੂੰ ਸੁਖੈਨ ਹੀ ਸਮਾਏ ਦੂਰ ਕਰਕੇ ਜਗਿਆਸੂ ਇਸਤਰੀ ਨੇ ਆਪਣੇ ਪਤੀ ਨੂੰ ਪਾ ਕੇ ਗੁਰੂ ਦੀ ਸਿੱਖਿਆ ਦੁਆਰਾ ਬੜਾ ਰਸ ਤੇ ਆਨੰਦ ਭੋਗਿਆ। ਤੇ ਇਸ ਗੁਰਸਿੱਖ ਔਰ ਗੁਰੂ ਦੀ ਸਿੱਖਿਆ ਤੇ ਬਿਨਾਂ ਇਸ ਜੀਵ ਇਸਤਰੀ ਦਾ ਸਰੀਰ ਝੂਠ, ਖੋਟੇ ਖੱਟ ਆਦਿਕ ਵਿਕਾਰਾਂ ਨਾਲ ਭਰਿਆ ਹੋਇਆ ਗਲ ਤਾਈਂ ਪਾਪ ਕਮਾਉਂਦਾ ਹੈ। ਗਲ ਤਾਈਂ ਕਹਿਣ ਦਾ ਭਾਵ ਕਿ ਬੜੇ ਪਾਪਾਂ ਨੂੰ ਦਿਨ ਤੇ ਰਾਤ ਸਿੰਚਨ ਕਰਦਾ ਹੈ, ਡਰ ਭੈ ਨਹੀਂ ਮੰਨਦਾ। ਪਾਪ ਹੀ ਪਾਪ ਕਰਦਾ ਹੈ, ਅਤੀ ਪਾਪ ਕਰਦਾ ਹੈ। ਗੱਲ ਬਾਤ ਕਰਤੇ ਤੱਕ ਵੀ ਪਾਪ ਹੀ ਕਰਦਾ ਹੈ। ਭਾਵ ਜੋ ਉਸਨੇ ਬਚਨ ਬਲਾਸ ਵੀ ਕਰਨੀ, ਉਹ ਵੀ ਪਾਪ ਰੂਪ ਨੇ ਉਸਦੇ। ਜੋ ਬੋਲਦਾ ਹੈ, ਕਿਉਂਕਿ ਝੂਠ ਬੋਲੇਗਾ, ਨਿੰਦਿਆ ਕਰੇਗਾ, ਚੁਗਲੀ ਕਰੇਗਾ, ਸਭ ਪਾਪ ਨੇ। ਗੱਲ ਤਾਂ ਹੀ ਪਾਪ ਜੋ ਪਾਤਸ਼ਾਹ ਫਰਮਾਉਂਦੇ ਨੇ, ਦੁਬਦਾ ਸਹਿਜ ਸਮਾਏ, ਕਾਮਨ ਵਰ ਪਾਏ। ਗੁਰਮਤੀ ਰੰਗ ਲਾਏ। ਇਹੋ ਸਰੀਰ ਕੂੜ ਕੁਸਤ ਭਰਿਆ, ਗਲ ਤਾਈ ਪਾਪ ਕਮਾਏ। ਗੁਰਮੁਖ ਭਗਤ ਜਿਤ ਸਹਿਜ ਧੁਨ ਉਪਜੈ, ਬਿਨ ਭਗਤੀ ਮੈਲ ਨਾ ਜਾਏ। ਨਾਨਕ ਕਾਮਣ ਪਿਰਹੀ ਪਿਆਰੀ, ਵਿਚੋਂ ਆਪ ਗਵਾਏ। ਗੁਰੂ ਦੁਆਰਾ ਭਗਤੀ ਕਰਨੀ ਉੱਤਮ ਸ੍ਰਿਸ਼ਟ ਹੈ। ਭਾਵ ਗੁਰੂ ਵਾਲੇ ਬਣ ਕੇ ਗੁਰ ਸ਼ਬਦੀ ਮਤੀਏ, ਗੁਰਮਤੀਏ ਗੁਰ ਸ਼ਬਦੀ। ਕਿਉਂਕਿ ਪਰਮੇਸ਼ਰ ਦੇ ਨਾਮ ਨੂੰ ਜਪਣਾ ਇਹ ਵਿਧਾਨ ਮਰਿਆਦਾ ਕਿ ਗੁਰੂ ਦਾ ਉਪਦੇਸ਼ ਮੰਨ ਤੇ ਜਪ। ਜਿਸ ਕਰਕੇ ਬਖਸ਼ੀਸ਼ਾਂ ਲਵੇਂਗਾ, ਸ਼ਾਂਤੀ ਰੂਪ ਬਾਣੀ ਪ੍ਰਗਟ ਹੋ ਜਾਂਦੀ ਹੈ। ਭਗਤੀ ਤੋਂ ਬਿਨਾਂ, ਬੰਦਗੀ ਤੋਂ ਬਿਨਾਂ ਪਾਪਾਂ ਨੂੰ ਮੈਲ ਜਾਂਦੀ ਨਹੀਂ। ਭਾਵੇਂ ਮਨੁੱਖ ਬੜੇ ਯਤਨ ਕਰੇ, ਇਹ ਪਾਪ ਮੈਲ ਬਿਨਾਂ ਭਗਤੀ ਤੇ ਬੰਦਗੀ ਤੋਂ ਬਿਨਾਂ ਜਾਣੀ ਨਹੀਂ। ਪਾਤਸ਼ਾਹ ਫਰਮਾਉਂਦੇ ਨੇ, ਸੋਈ ਇਸਤਰੀ ਪਤੀ ਨੂੰ ਪਿਆਰੀ ਹੈ। ਕਿਉਂਕਿ ਜਗਤ ਸੰਸਾਰ ਇਸਤਰੀ ਦੀ ਨਿਆਈ, ਪੁਰਖ ਇੱਕ ਪਰਮਾਤਮਾ ਵਾਹਿਗੁਰੂ। ਉਹ ਇਸਤਰੀ ਪਤੀ ਨੂੰ ਬੜਾ, ਪਤੀ ਉਸ 'ਤੇ ਪ੍ਰਸੰਨ ਹੈ, ਮੇਰਾ ਵਾਹਿਗੁਰੂ, ਜੋ ਆਪਣੇ ਹਿਰਦੇ ਵਿੱਚ ਹੰਕਾਰ ਨੂੰ ਦੂਰ ਕਰ ਦੇਵੇ। ਕਿਉਂਕਿ ਹੰਕਾਰ ਮੇਰੇ ਵਾਹਿਗੁਰੂ ਨੂੰ ਭਾਉਂਦਾ ਨਹੀਂ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਹੰਕਾਰੀਆਂ ਨਿੰਦਕਾਂ ਤੋਂ ਪ੍ਰਭੂ ਨੇ ਮੁਖ ਮੋੜ ਲਿਆ। ਇਹ ਭਗਤ ਨਾਮਦੇਵ ਮਹਾਰਾਜ ਜੋ ਮੰਦਰ ਤੋਂ ਬਾਹਰ ਕੱਢ ਦਿੱਤੇ, ਧੱਕੇ ਮਾਰੇ, ਕਬੂਲ ਬੋਲੇ ਪੰਡਤਾਂ ਨੇ। ਪਿਛਵਾੜੇ ਜਾ ਕੇ ਬੈਠ ਗਏ, ਪ੍ਰਭੂ ਦੀ ਯਾਦ ਵਿੱਚ ਜੁੜ ਗਏ।
ਤਰਲੋਕੀ ਦਾ ਮਾਲਕ ਕੈਸਾ, ਮੰਦਰ ਦਾ ਮੁੱਖ ਭਗਤ ਨਾਮਦੇਵ ਮਹਾਰਾਜ ਜੀ ਕਨੀ ਕਰ ਦਿੱਤਾ। ਉਹ ਐਸਾ ਦਾਤਾ ਹੈ, ਐਸਾ ਮਾਲਕ ਹੈ। ਪੰਡਤ ਬ੍ਰਾਹਮਣ ਭਗਤ ਜੀ ਦੇ ਚਰਨਾਂ ਤੇ ਢਹਿ ਪਏ ਆ ਕੇ ਭੁੱਲ ਮੰਗੀ, ਕਿਉਂਕਿ ਉਹ ਮਾਲਕ ਵੱਡਾ ਹੈ। ਉਸ ਦਾਤੇ ਅੱਗੇ ਹੰਕਾਰ ਨਹੀਂ ਚੱਲਦਾ। ਖਦ ਜੂ ਹੰਕਾਰ ਨਾ ਭਾਵ, ਮੇਰੇ ਵਾਹਿਗੁਰੂ ਨੂੰ ਹੰਕਾਰ ਨਹੀਂ ਪਾਉਂਦਾ। ਕਾਮਣ ਪੈਰ ਪਾਇਆ ਜੀਓ, ਗੁਰ ਕੈ ਭਾਏ ਪਿਆਰੇ। ਰਹਿਣ ਸੁਖ ਸੁਤੀ ਜੀਓ, ਅੰਤਰ ਔਰ ਤਾਰੇ। ਹੇ ਭਾਈ, ਕਿਸੇ ਇਸਤਰੀ ਨੇ ਪਤੀ ਮੇਰੇ ਵਾਹਿਗੁਰੂ ਨੂੰ ਪਾਇਆ ਹੈ, ਦੇ ਗੁਰੂ ਦੇ ਪ੍ਰੇਮ ਵਿੱਚ, ਭਾਣੇ ਵਿੱਚ ਪਿਆਰ ਕੀਤਾ ਹੈ। ਕਿਉਂਕਿ ਮੇਰੇ ਗੁਰੂ ਦਾ ਬਚਨ, ਗੁਰੂ ਦਾ ਉਪਦੇਸ਼ ਸਤ ਕਰਕੇ ਮੰਨਿਆ। ਭਾਣਾ ਮੰਨੇ ਸੋ ਸੁਖ ਪਾਏ, ਉਹ ਸੁਖ ਪਾਉਂਦਾ। ਇਹ ਭਾਈ, ਉਹ ਅਵਸਥਾ ਰੂਪੀ ਰਾਤਰੀ ਵਿੱਚ ਸੁਖ ਸਾਥ ਸੁੱਤੀ, ਜਿਸਨੇ ਹਿਰਦੇ ਦੇ ਅੰਦਰ ਸਤਿਗੁਰੂ ਦੇ ਬਚਨ ਵਸਾ ਲਏ, ਗੁਰ ਸ਼ਬਦੀ ਗੁਰਮਤੀਏ ਬਣ ਗਏ। ਅੰਤਰ ਔਰ ਤਾਰੈ ਮਿਲੀਐ ਪਿਆਰੇ, ਅਨ ਦਿਨ ਦੁਖ ਨਵਾਰੇ। ਅੰਤਰ ਮਹਿਲ ਪਿਰ ਰਾਵੈ, ਕਾਮਣ ਗੁਰਮਤੀ ਵਿਚਾਰੇ। ਕਿਉਂਕਿ ਗੁਰੂ ਦੇ ਬਚਨ ਹਿਰਦੇ ਅੰਦਰ ਧਾਰੇ ਤੇ ਪਿਆਰੇ ਪਤੀ ਨੂੰ ਮਿਲੀਦਾ ਹੈ ਭਾਈ। ਦਿਨ ਰਾਤ ਦੇ ਦੁੱਖ ਦੂਰ ਕਰ ਦਈਦੇ ਨੇ, ਤਿਸੀ ਨੇ ਨਿਵਾਰੇ ਨੇ। ਸੋ ਜਗਿਆਸੂ ਰੂਪੀ ਇਸਤਰੀ ਗੁਰੂ ਦੀ ਸਿੱਖਿਆ ਵਿਚਾਰਦੀ, ਗੁਰ ਸ਼ਬਦੀ ਗੁਰਮਤਿ। ਆਪਣੇ ਸਰੀਰ ਦੇ ਅੰਦਰ ਪਤੀ ਨੂੰ ਰਾਵਿਆ ਭੋਗਿਆ। ਅੰਮ੍ਰਿਤ ਨਾਮ ਪੀਆ ਦਿਨ ਰਾਤੀ, ਦੁਬਦਾ ਮਾਰਨ ਵਾਰੇ। ਨਾਨਕ ਸੱਚ ਮਿਲੀ ਸੁਹਾਗਣ, ਗੁਰ ਕੈ ਹੇਤ ਅਪਾਰੇ। ਵਾਹਿਗੁਰੂ ਦਾ ਨਾਮ ਅੰਮ੍ਰਿਤ, ਅੰਮ੍ਰਿਤ ਨਾਮ ਨਿਧਾਨ ਹੈ। ਮਿਲ ਪੀਵੋ ਭਾਈ, ਮਿਲ ਕੇ ਇਕੱਤਰ ਕਰੀਏ, ਮਿਲ ਕੇ ਇਕੱਤਰ ਹੋ ਕੇ ਪੀਵੋ। ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ। ਜੇ ਸਿਮਰਤ ਸੁਖ ਪਾਈਏ, ਸਭ ਤਿਖਾ ਬੁਝਾਈ। ਐਸਾ ਅੰਮ੍ਰਿਤ ਨਾਮ ਪਰਮੇਸ਼ਰ ਦਾ, ਜੋ ਪਾਤਸ਼ਾਹ ਫਰਮਾਉਂਦੇ ਨੇ। ਅੰਮ੍ਰਿਤ ਨਾਮ ਪੀਆ ਦਿਨ ਰਾਤੀ, ਦੁਬਦਾ ਮਾਰਨ ਵਾਰੇ। ਦਿਨ ਰਾਤ ਪੀਤਾ ਹੈ, ਸੋਈ ਦਵੈਤ ਭਾਵ ਨੂੰ ਮਾਰ ਕੇ ਦੂਰ ਕਰ ਦਿੰਦੀਆਂ ਨੇ ਜੀਵ ਰੂਪ ਇਸਤਰੀਆਂ, ਜੋ ਗੁਰੂ ਦੇ ਪ੍ਰੇਮ ਦੇ ਵਿੱਚ ਅਤੀ ਪਿਆਰ ਕਰਕੇ ਔਰ ਪਿਆਰੇ ਗੁਰੂ ਵਿੱਚ ਪ੍ਰੇਮ ਕਰਕੇ ਸੱਚ ਵਿੱਚ ਰਤੀਆਂ ਨੇ, ਉਹੀ ਸੁਹਾਗਣੀਆਂ ਨੇ। ਆਵੋ ਦਇਆ ਕਰੇ ਜੀਓ, ਪ੍ਰੀਤਮ ਆਤ ਪਿਆਰੇ। ਕਾਮਣ ਬਿਨੋ ਕਰੇ ਜੀਓ, ਸੱਚ ਸ਼ਬਦ ਸਿੰਗਾਰੇ। ਜੋ ਇਸਤਰੀ ਇਸ ਤਰ੍ਹਾਂ ਬੇਨਤੀਆਂ ਅਰਦਾਸਾਂ ਕਰਦੀ ਹੈ ਕਿ ਹੇ ਮੇਰੇ ਪਤੀ ਪਿਆਰੇ ਪ੍ਰੀਤਮ ਮੇਰੇ ਵਾਹਿਗੁਰੂ, ਦਇਆ ਕਰਕੇ ਮੇਰੇ ਹਿਰਦੇ ਵਿੱਚ ਆਪ ਆਵੋ। ਕਿ ਭਾਈ, ਜੋ ਇਸਤਰੀ ਇਸ ਪ੍ਰਕਾਰ ਸੱਚੇ ਸ਼ਬਦ ਦਾ ਸ਼ਿੰਗਾਰ ਕਰੇ ਔਰ ਬੇਨਤੀਆਂ ਕਰੇ, ਫਿਰ ਬਖਸ਼ੀਸ਼ਾਂ ਮਿਲਦੀਆਂ ਨੇ। ਪਾਤਸ਼ਾਹ ਫਰਮਾਉਂਦੇ ਨੇ, ਸੱਚ ਸ਼ਬਦ ਸਿੰਗਾਰੇ ਹਉ ਮੈਂ ਮਾਰੇ। ਗੁਰਮੁਖ ਕਾਰਜ ਸਵਾਰੇ। ਜੁਗ ਜੁਗ ਏਕੋ ਸੱਚਾ ਸੋਈ। ਬੂਝੈ ਗੁਰ ਵਿਚਾਰੇ। ਸੱਚੇ ਸ਼ਬਦ ਦਾ ਸ਼ਿੰਗਾਰ ਕਰੇ, ਤਿਸੀ ਨੇ ਗੁਰੂ ਦੁਆਰੇ ਫਿਰ ਆਪਣੇ ਕਾਰਜ ਸਵਾਰ ਲਏ। ਕਿਉਂਕਿ ਸ਼ਿੰਗਾਰ ਕਾਹਦਾ ਕੀਤਾ? ਸੱਚੇ ਸ਼ਬਦ ਦਾ। ਆਪਣੇ ਆਪ ਨੂੰ ਸਵਾਰਿਆ। ਵੈਸੀਆਂ ਬਖਸ਼ੀਸ਼ਾਂ ਹੋਈਆਂ,
ਫਿਰ ਕਾਰਜ ਵੀ ਸਾਰੇ ਰਾਸ ਹੋ ਗਏ। ਜੁਗਾਂ ਜੁਗਾਂ ਦੇ ਅੰਦਰ ਇੱਕ ਸੱਚਾ ਮੇਰਾ ਵਾਹਿਗੁਰੂ ਹੈ। ਉਸ ਸੱਚੇ ਪਰਮੇਸ਼ਰ ਨੂੰ, ਪਰਮਾਤਮਾ ਨੂੰ ਗੁਰੂ ਦੇ ਦੁਆਰੇ ਵਿਚਾਰ ਕੇ ਸਮਝੀਦਾ ਕਿ ਮੇਰੇ ਗੁਰੂ ਦਾ ਬਚਨ, ਗੁਰੂ ਦਾ ਉਪਦੇਸ਼ ਸੰਦੇਸ਼ ਹੈ, ਫਿਰ ਸੋਝੀ ਮਿਲਦੀ ਹੈ। ਮਨ ਮੁਖ ਕਾਮ ਵਿਆਪੀ, ਮੋਹਿ ਸੰਤਾਪੀ, ਕਿਸ ਆਗੇ ਜਾਏ ਪੁਕਾਰੇ, ਨਾਨਕ ਮਨ ਮੁਖ ਥਾਉ ਨਾ ਪਾਏ, ਬਿਨ ਗੁਰ ਅਤ ਪਿਆਰੇ। ਪਾਤਸ਼ਾਹ ਫਰਮਾਉਂਦੇ ਨੇ, ਜੋ ਮਨਮੁਖ ਇਸਤਰੀ ਕਾਮ ਆਦਿਕ ਵਿਕਾਰਾਂ ਵਿੱਚ ਵਿਆਪੀ ਹੋਈ, ਪੀੜਤ ਹੁੰਦੀ ਹੋਈ, ਮੋਹ ਦੀ ਸੰਤਾਈ ਹੋਈ, ਸੋ ਤਿਸ ਦੇ ਅੱਗੇ ਜਾ ਕੇ ਪੁਕਾਰ ਕਰੇ, ਬੇਨਤੀਆਂ ਅਰਦਾਸਾਂ ਕਰੇ। ਸੋ ਮਨਮੁਖ ਇਸਤਰੀ ਗੁਰੂ ਦੇ ਵਿੱਚ ਅਤੀ ਪ੍ਰੇਮ ਕਰੇ। ਉਹ ਪਾਤਸ਼ਾਹ ਕਹਿੰਦੇ ਬਿਨਾਂ ਕਹੀ ਥਾਉ ਉੱਤਮ ਸਥਾਨ, ਸਰੂਪ ਸਥਾਨ ਨੂੰ ਨਹੀਂ ਪਾਉਂਦੀ, ਕਿਉਂਕਿ ਪ੍ਰੇਮ ਤੋਂ ਬਿਨਾਂ ਬਖਸ਼ਿਸ਼ਾਂ ਨਹੀਂ ਮਿਲਦੀਆਂ। ਸੋ ਮਨਮੁਖ ਇਸਤਰੀ ਗੁਰੂ ਦੇ ਵਿੱਚ ਅਤੀ ਪ੍ਰੇਮ ਕਰੇ, ਬਿਨਾਂ ਕਹੀ ਥਾਉ ਉੱਤਮ ਸਥਾਨ, ਸਰੂਪ ਸਥਾਨ ਨੂੰ ਨਹੀਂ ਪਾਉਂਦੀ। ਨਾਨਕ ਮਨਮੁਖ ਥਾਉ ਨਾ ਪਾਏ, ਬਿਨ ਗੁਰ ਅਤ ਪਿਆਰੇ। ਮੋਂਦ ਇਆਣੀ ਭੋਲੀ ਨੇ ਗੁਣੀਆ ਜੀਓ, ਤੇਰ ਅਗਮ ਅਪਾਰਾ, ਆਪੇ ਮੇਲ ਮਿਲਿਐ ਜੀਓ, ਆਪੇ ਬਖਸ਼ਣਹਾਰਾ। ਇਹ ਜੀਵ ਰੂਪੀ ਇਸਤਰੀ ਭੋਲੀ, ਸਾਧਨ ਰੂਪੀ ਗੁਣਾ ਤੋਂ ਰਹਿਤ, ਅਗਿਆਤ ਇਆਣੀ ਹੈ, ਸੋਝੀ ਨਹੀਂ। ਪਤੀ ਇਸ ਦਾ ਮਨ ਵਾਣੀ ਤੋਂ ਅਗੰਮ ਬੇਅੰਤ ਰੂਪ ਹੈ ਮੇਰਾ ਵਾਹਿਗੁਰੂ। ਆਪੇ ਹੀ ਜਬ ਸਤਿਗੁਰੂ ਦੇ ਸਤਸੰਗ ਵਿੱਚ ਮਿਲੀਏ, ਤਬ ਉਹ ਆਪੇ ਬਖਸ਼ਣ ਖਾਲਾ ਹੋ ਜਾਂਦਾ ਹੈ। ਆਵਗਣ ਬਖਸ਼ਣ ਹਾਰਾ, ਕਾਮਣ ਆਤ ਪਿਆਰਾ, ਘਟ ਘਟ ਰਹਿਓ ਸਮਾਈ, ਪ੍ਰੇਮ ਪ੍ਰੀਤ ਭਾਏ ਭਗਤੀ ਪਾਈ ਹੈ, ਸਤਿਗੁਰ ਬੂਝ ਬੁਝਾਈ। ਅਵਗੁਣਾਂ ਦੇ ਬਖਸ਼ਣਹਾਰਾ ਪਤੀ ਇਸਤਰੀ ਨੂੰ ਪਿਆਰਾ ਹੈ। ਸੋ ਘਟਾਂ ਘਟਾਂ ਦੇ ਵਿੱਚ ਸਮਾਇਆ ਹੋਇਆ ਹੈ ਮੇਰਾ ਵਾਹਿਗੁਰੂ। ਇਹਨਾਂ ਦੁਆਰੇ ਪ੍ਰੇਮ ਵਾਣੀ ਕਿ ਪ੍ਰੀਤੀ ਹਿਰਦੇ ਦੀ ਪ੍ਰੇਮਾ ਭਗਤੀ ਨਾਲ ਪਾਈਦਾ ਹੈ ਭਾਈ। ਸਤਿਗੁਰੂ ਨੇ ਸੋਝੀ ਦਿੱਤੀ, ਸਮਝਾਈ ਹੈ, ਇਹ ਮੱਤ ਦਿੱਤੀ ਹੈ ਗੁਰੂ ਨੇ। ਸਤਿਗੁਰ ਬੂਝ ਬੁਝਾਈ, ਸਦਾ ਆਨੰਦ ਰਹਿ ਦਿਨ ਰਾਤੀ, ਅਨ ਦਿਨ ਰਹਿ ਲੈਵਲਾਈ, ਨਾਨਕ ਸਹਿਜੇ ਹਰ ਵਾਰ ਪਾਇਆ, ਸਾਤਨ ਨੌ ਨਿਧ ਪਾਈ। ਜੋ ਤਿਸ ਵਿੱਚ ਨਿਰੰਤਰ ਬਿਰਤੀ ਲਾਏ ਰੱਖਦੀ, ਸੋ ਦਿਨ ਰਾਤ ਸਦਾ ਆਨੰਦ ਵਿੱਚ ਰਹਿੰਦੀ ਹੈ। ਇਹਨੇ ਗਿਆਨ ਕਰਕੇ ਸੁਭਾਵਕ ਵਾਹਿਗੁਰੂ ਪਤੀ ਨੂੰ ਪਾ ਲਿਆ, ਕਿਸੇ ਇਸਤਰੀ ਨੇ ਨੌ ਨਿਧੀ ਪਾ ਲਈ। ਗੌੜੀ ਮਹਲਾ ਤੀਜਾ, ਮਾਇਆ ਸਰਸ ਬਲ ਵਦ ਤੈ ਜੀਓ, ਕਿਉਂ ਕਰ ਦੁਤਰ ਤਰਿਆ ਜਾਏ, ਰਾਮ ਨਾਮ ਕਰ ਬੋਹਥਾ ਜੀਓ, ਸ਼ਬਦ ਖੇਵਟ ਵਿੱਚ ਪਾਏ। ਪਾਤਸ਼ਾਹ ਫਰਮਾਉਂਦੇ ਨੇ, ਇਹ ਸਤਿਗੁਰੂ ਗੁਰਦੇਵ ਪਾਤਸ਼ਾਹ ਜੀਓ ਇਸ ਸੰਸਾਰ ਸਮੁੰਦਰ ਵਿੱਚ ਮਾਇਆ ਬਲ ਕਰਕੇ ਸਹਿਤ ਵਰਤਦੀ, ਬੜੀ ਬਲ ਵਾਲੀ ਮਾਇਆ। ਇਸ ਕਠਿਨ ਸੰਸਾਰ ਤੋਂ ਕਿਵੇਂ ਤਰਿਆ ਜਾਵੇ। ਪਾਤਸ਼ਾਹ ਫਿਰ ਉਪਦੇਸ਼ ਦਿੰਦੇ ਨੇ, ਭਾਈ ਰਾਮ ਨਾਮ ਜਹਾਜ਼ ਕਰਕੇ ਉਪਦੇਸ਼ ਦੇਣੇ ਵਾਲੇ ਸਤਿਗੁਰੂ ਨੂੰ ਵਿੱਚ ਮਲਾ ਪਾ ਲਵੋ।
ਜੋ ਉਪਦੇਸ਼ ਦਿੰਦੇ ਨੇ ਸਮਰੱਥ ਗੁਰੂ ਬ੍ਰਹਮ ਸਰੋਤਰੀ ਬ੍ਰਹਮ ਨੇਸ਼ਟੀ ਗੁਰੂ, ਉਹਨਾਂ ਨੂੰ ਮਲਾ ਪਾਵੋ ਵੇ ਤਰਨਾ ਹੋ ਜਾਵੇ। ਰਾਮ ਨਾਮ ਕਰ ਬੋਹਿਥਾ ਜੀਓ, ਸ਼ਬਦ ਖੇਵਟ ਵਿੱਚ ਪਾਏ। ਏਵਟ ਕਹਿੰਦੇ ਨੇ ਮਲਾਹ ਨੂੰ, ਕਿਉਂਕਿ ਮਲਾਹ ਨੂੰ ਵਿੱਚ ਪਾਓ। ਮਲਾਹ ਤੋਂ ਬਿਨਾਂ ਬੇੜੀ ਪਾਰ ਨਹੀਂ ਹੁੰਦੀ। ਇਹ ਬਾਬਾ ਜੀ ਨੇ ਬਖਸ਼ੀਸ਼ਾਂ ਕਰਨੀਆਂ। ਧੰਨ ਧੰਨ ਬਾਬਾ ਈਸਰ ਸਿੰਘ ਮਹਾਰਾਜ ਜੀ, ਜਿਨ੍ਹਾਂ ਦੀ ਵਰਸੀ ਦਾ ਦਿਹਾੜਾ ਚੱਲ ਰਿਹਾ ਹੈ। ਅਖੰਡ ਪਾਠਾਂ ਦੀਆਂ ਕੋਤਰੀਆਂ ਚੱਲ ਰਹੀਆਂ ਨੇ, ਵੱਡੇ ਜਪ ਤਪ ਹੋ ਰਹੇ ਨੇ। ਬਾਬਾ ਜੀ ਨੇ ਬਖਸ਼ਿਆ ਕਰਨੀਆਂ ਭਾਈ, ਨਾਮ ਬੇੜੀ ਸੰਤ ਮਲਾ ਪਾਰ ਕਰਦੇ ਖਾਮ ਖਾਮ। ਨਾਮ ਬੇੜੀ ਤੇ ਰੱਬ ਦੇ ਜਨ ਮਲਾ ਹੁੰਦੇ ਨੇ। ਜੋ ਗੁਰੂ ਅਮਰਦਾਸ ਮਹਾਰਾਜ ਜੀ ਉਪਦੇਸ਼ ਦਿੰਦੇ ਨੇ ਭਾਈ, ਮਲਾਹ ਨੂੰ ਵਿੱਚ ਪਾਓ। ਮਲਾਹ ਨੂੰ ਪਾਵੋਗੇ ਕਿ ਤੁਹਾਡਾ ਤਰਨਾ ਹੋ ਜਾਵੇਗਾ। ਸ਼ਬਦ ਖੇਵਟ ਵਿੱਚ ਪਾਏ, ਹਰ ਆਪ ਲੰਘਾਏ। ਇਨ ਬਿਦ ਦੁਤਰ ਤਰੀਐ, ਗੁਰਮੁਖ ਭਗਤ ਪ੍ਰਾਪਤ ਹੋਵੇ। ਜੀਵਤਿਆ ਇਉ ਮਰੀਐ। ਉਪਦੇਸ਼ ਦੇਣੇ ਵਾਲਾ ਗੁਰੂ ਰੂਪੀ ਜੋ ਮਲਾ ਵਿੱਚ ਪਾਵੇਂ, ਵਾਹਿਗੁਰੂ ਪਰ ਆਪ ਲੰਘਾਵੇਗਾ ਪਾਰ ਤੈਨੂੰ। ਕਿਉਂਕਿ ਪੂਰਾ ਮਲਾ ਪਾਇਆ, ਕਿਉਂਕਿ ਵਧਾਨ ਮਰਿਆਦਾ ਹੈ ਮੇਰੇ ਪ੍ਰਭੂ ਦੀ, ਕਿ ਵਿਚੋਲੇ ਤੋਂ ਬਿਨਾਂ ਤਰਨਾ ਨਹੀਂ। ਵਿਚੋਲਾ ਪਾ ਲਿਆ ਤੇ ਪ੍ਰਾਪਤੀ ਹੈ ਤਰਨਾ। ਇਹ ਭਾਈ ਤਾਂ ਇਨ ਪ੍ਰਕਾਰਾਂ ਕਰਕੇ ਕਠਨ ਸਾਜ ਤੋਂ ਤਰ ਜਾਈਦਾ। ਗੁਰੂ ਦੁਆਰੇ ਜਬ ਭਗਤੀ ਪ੍ਰਾਪਤ ਹੋ ਜਾਵੇ, ਤਬ ਇਸ ਪ੍ਰਕਾਰ ਜੀ ਭਾਵ ਤੋਂ ਮਰ ਜਾਈਦਾ। ਕਹਿੰਦਾ ਮੈਂ ਰਾਮ ਨਾਮ ਕਿਲ ਵੇਖ ਕਾਟ, ਭਏ ਪਵਿੱਤ ਸਰੀਰਾ। ਨਾਨਕ ਰਾਮ ਨਾਮ ਦਿਸ ਤਾਰਾ, ਕੰਚਨ ਭਏ ਮਨੂਰਾ। ਪਾਤਸ਼ਾਹ ਫਰਮਾਉਂਦੇ ਨੇ, ਜਿਨ੍ਹਾਂ ਨੇ ਇੱਕ ਖਿਣ ਮਾਤਰ ਦੇ ਵਿੱਚ ਵੀ ਪਰਮੇਸ਼ਵਰ ਦਾ ਰਾਮ ਨਾਮ ਜਪਿਆ, ਵਿਸਾਰਿਆ ਨਹੀਂ, ਤਿਨਾਂ ਦੇ ਸੰਪੂਰਨ ਪਾਪ ਕੱਟੇ। ਕੈਸਾ ਨਾਮ ਹੈ ਮੇਰੇ ਪ੍ਰਭੂ ਦਾ, ਸੋਈ ਸਰੀਰਾਂ ਕਰਕੇ ਪਾਵਨ ਪਵਿੱਤਰ ਹੋ ਗਏ। ਨਿਸਤਾਰਾ ਕਰਨ ਖਾਰਾ ਰਾਮ ਨਾਮ ਨੂੰ ਜਪ ਕੇ ਮਨੂਰ। ਲੋਹੇ ਦੀ ਮੈਲ ਵੱਤ ਸੀ, ਜਾਂ ਲੋਹੇ ਦੀ ਮੈਲ ਹੁੰਦੀ, ਕਿਸੇ ਕੰਮ ਨਹੀਂ ਆਉਂਦੀ। ਐਸੇ ਮਨੂਰ ਫੈਕਟਰੀਆਂ ਵਾਲੇ ਬਾਹਰ ਸੁੱਟ ਦਿੰਦੇ ਨੇ। ਪਰ ਕੈਸੀ ਬਖਸ਼ਿਸ਼ ਹੋਈ, ਪੂਰਾ ਗੁਰੂ ਮਿਲਿਆ, ਕੰਚਨ ਸੋਨਾ ਬਣ ਗਏ। ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਅਨੇਖਾ। ਜੇ ਪੂਰਾ ਗੁਰੂ ਮਿਲ ਜਾਵੇ, ਜਿਨ੍ਹਾਂ ਨੂੰ ਮਿਲਿਆ ਕੰਚਨ ਹੋ ਗਏ, ਸ਼ੁੱਧ ਨਿਰਮਲ ਹੋ ਗਏ। ਕਿਉਂਕਿ ਗੁਰੂ ਦੇ ਮਿਲਿਆਂ ਬਖਸ਼ੀਸ਼ਾਂ ਹੁੰਦੀਆਂ ਨੇ। ਪਾਤਸ਼ਾਹ ਫਰਮਾਉਂਦੇ ਨੇ, ਕਹਿੰਨ ਮਹਿ ਰਾਮ ਨਾਮ ਕਿਲ ਵਿਖ ਕਾਟੇ, ਸੰਪੂਰਨ ਪਾਪ ਕੱਟੇ ਗਏ। ਭਏ ਪਵਿੱਤ ਸਰੀਰਾ, ਨਾਨਕ ਰਾਮ ਨਾਮ ਨਿਸਤਾਰਾ, ਕੰਚਨ ਭਏ ਮਨੂਰਾ। ਇਸਤਰੀ ਪੁਰਖ ਕਾਮ ਵਿਆਪੇ ਜੀਓ, ਰਾਮ ਨਾਮ ਕੀ ਵਿਦ ਨਹੀਂ ਜਾਣੀ। ਸਤਿਗੁਰੂ ਫਰਮਾਉਂਦੇ ਨੇ, ਹੇ ਭਾਈ, ਇਸਤਰੀ ਪੁਰਸ਼ ਜੀਵ ਕਾਮ ਆਦਿਕ ਵਿਕਾਰਾਂ ਕਰਕੇ ਵਿਆਪੇ ਹੋਏ ਨੇ, ਪਰ ਪਰਮੇਸ਼ਰ ਦੇ ਨਾਮ ਦੀ ਜਾਪ ਦੀ ਰੀਤੀ ਨਹੀਂ ਜਾਣੀ ਕਿ ਨਾਮ ਕੈਸਾ ਹੈ ਮੇਰੇ ਪ੍ਰਭੂ ਦਾ। ਨਾਮ ਦੇ ਜਪਿਆਂ ਇਹ ਜਨਮ ਸਫਲ ਹੈ। ਨਾਮ ਦੇ ਜਪਿਆਂ ਪਰਮ ਗਤੀ ਪ੍ਰਾਪਤੀ। ਨਾਮ ਦੇ ਜਪਿਆਂ ਅਨੇਕਾਂ ਪਾਪ ਖੰਡਨ ਹੋ ਜਾਂਦੇ ਨੇ, ਪਰ ਜਾਣਿਆ ਨਹੀਂ।
ਵਿਕਾਰਾਂ ਵਿੱਚ ਵਿਆਪੇ ਨੇ। ਮਾਤ ਪਿਤਾ ਸੁਤ ਭਾਈ ਖਰੇ ਪਿਆਰੇ ਜੀਓ, ਡੂਬ ਮੋਏ ਬਿਨ ਪਾਣੀ। ਸਤਿਗੁਰੂ ਫਰਮਾਉਂਦੇ ਨੇ ਮਾਤਾ ਪਿਤਾ ਪੁੱਤਰ ਭਰਾਤਾ ਆਦਿਕ ਸੰਬੰਧੀ ਅਤੀ ਪਿਆਰੇ ਨੇ ਆਪਣੇ, ਬੜਾ ਦੇਖੋ ਤਿੰਨਾਂ ਦੇ ਮੋਹ ਵਿੱਚ ਲੱਗ ਕੇ ਬਿਨਾਂ ਪਾਣੀ ਤੋਂ ਹੀ ਡੁੱਬ ਮੂਏ ਨੇ। ਐਸਾ ਮੋਹ ਹੈ। ਸੰਸਾਰ ਮਿਰਗ ਰਿਸ਼ਨਾ ਦੇ ਜਲਵਤ ਮਿਥਿਆ ਹੈ, ਜਿਵੇਂ ਮਿਰਗ ਹੈ ਪਿਆਸ ਲੱਗੀ ਬੜਾ ਭੱਜਦਾ ਦੌੜਦਾ, ਬਾਲੂ ਰੇਤ ਚਮਕੀ, ਜਦੋਂ ਪਹੁੰਚਿਆ ਕੀ ਦੇਖਿਆ ਇਹ ਤਾਂ ਰੇਤ ਹੈ। ਅੱਗੇ ਹੋਰ ਪ੍ਰਤੀਤ ਹੁੰਦਾ ਕਿ ਜਲ ਹੈ, ਉੱਥੇ ਜਦੋਂ ਪਹੁੰਚਿਆ ਉੱਥੇ ਵੀ ਉਹ ਰੇਤ ਸੀ, ਜਲ ਨਹੀਂ ਸੀ। ਮਨੁੱਖ ਦੀ ਦੌੜ ਵੀ ਐਸੀ ਹੈ, ਜਗਤ ਦੀਆਂ ਆਸ਼ਨਾਵਾਂ ਵਾਸ਼ਨਾਵਾਂ ਵਿੱਚ ਗ੍ਰਸਿਆ ਹੋਇਆ ਮ੍ਰਿਤੂ ਹੋ ਜਾਂਦਾ ਹੈ। ਕਿਉਂਕਿ ਝੂਠੇ ਪਦਾਰਥ ਝੂਠਾ ਕੀ ਨੇਹੋ, ਤੋਪੀ ਸੱਤ ਜਾਣ ਕੇ ਜੀਵ ਇਸ ਵਿੱਚ ਡੁੱਬ ਮੂਆ ਕਹਿ ਡੁੱਬ ਰੱਖੇ। ਪਤਾ ਵੀ ਹੈ ਕੋਈ ਨਾਲ ਨਹੀਂ ਜਾਣਾ, ਪਤਾ ਵੀ ਹੈ ਕਿਸੇ ਨੇ ਬਾਂਹ ਨਹੀਂ ਫੜਨੀ, ਪਰ ਫਿਰ ਵੀ ਡੁੱਬ ਮੂਆ ਹੈ ਬਿਨਾ ਪਾਣੀ ਤੋਂ। ਜਿਵੇਂ ਮਿਰਗ ਵਾਹੋ ਦਾ ਹੀ ਦੌੜਦਾ ਹੀ ਮ੍ਰਿਤੂ ਹੋ ਜਾਂਦਾ, ਪਰ ਜਲ ਨਸੀਬ ਹੁੰਦਾ ਹੀ ਨਹੀਂ। ਮਨੁੱਖ ਸੁੱਖਾਂ ਦੀ ਆਸਾ ਕਰਕੇ ਦਿਨ ਰਾਤ ਬੜੀ ਦੌੜ ਵਿੱਚ ਹੈ, ਪਰ ਸੁੱਖ ਨਸੀਬ ਨਹੀਂ ਹੁੰਦੇ, ਮ੍ਰਿਤੂ ਆ ਜਾਂਦੀ ਹੈ। ਫਿਰ ਸੁਤੇ ਕਹਿੰਦਾ ਸਾਰੀ ਆਦਬਲਾ ਦੁੱਖਾਂ ਵਿੱਚ ਲੰਘ ਗਈ, ਕਿਉਂਕਿ ਜਿਸ ਮਾਲਕ ਨੇ ਸੁੱਖ ਦੇਣੇ ਸੀ ਉਹਦੀ ਯਾਦ ਵਿੱਚ ਨਹੀਂ ਜੁੜਿਆ, ਉਸ ਮਾਲਕ ਦਾ ਸ਼ੁਕਰਾਨਾ ਨਹੀਂ ਕੀਤਾ, ਉਸ ਦਾਤੇ ਪ੍ਰਭੂ ਦੀ ਟੇਕ ਨਹੀਂ ਲਈ, ਅਵੇ ਤਵੇ ਦੀ ਚੱਕ ਦੀ ਦੇਵੀ ਦੇਵਤਿਆਂ ਮੜੀਆਂ ਮਸਾਣਾ ਵਿੱਚ ਹੀ ਤੁਰਿਆ ਫਿਰਦਾ। ਜੋ ਪਾਤਸ਼ਾਹ ਫਰਮਾਉਂਦੇ ਨੇ ਡੂਬ ਮੋਏ ਬਿਨ ਪਾਣੀ ਗਤ ਨਹੀਂ ਜਾਣੀ, ਹੋ ਮੈਂ ਧਾਤ ਸੰਸਾਰੇ। ਤਿਸ ਬਿਨਾ ਪਾਣੀ ਡੁੱਬ ਮੂਆ ਨੇ ਰਾਮ ਦੇ ਜਾਪ ਦੀ ਗਤੀ ਨਹੀਂ ਜਾਣੀ। ਬਿਨਾ ਪਾਣੀ ਤੋਂ ਡੁੱਬ ਮੂਏ ਪਰਮੇਸ਼ਰ ਦੇ ਨਾਮ ਨੂੰ ਨਹੀਂ ਜਾਣਿਆ ਕਿ ਹੰਤਾ ਮਮਤਾ ਕੇ ਜੀਵ ਸੰਸਾਰ ਵਿੱਚ ਧਾਮਦਾ ਫਿਰਦਾ ਹੈ। ਜੋ ਆਇਆ ਸੋ ਸਭ ਕੋ ਜਾਸੀ, ਉਹ ਬੜੇ ਗੁਰ ਵਿਚਾਰੇ। ਪਾਤਸ਼ਾਹ ਫਰਮਾਉਂਦੇ ਨੇ ਗੁਰੂ ਅਮਰਦਾਸ ਮਹਾਰਾਜ ਜੀ ਪਿਆਰਿਓ, ਜੋ ਇਸ ਸੰਸਾਰ ਵਿੱਚ ਆਇਆ, ਜਿਸ ਦਾ ਵੀ ਜਨਮ ਹੋਇਆ, ਸੋ ਸਭ ਕੋਈ ਅੰਤ ਨੂੰ ਚਲਾ ਜਾਵੇਗਾ। ਜਾਣਾ ਸਭਨਾ ਨੇ ਹੈ, ਸਭਨਾ ਸਹੁਰੇ ਵੰਜਣਾ, ਸਭ ਮੁਕਲਾਵਣ ਖਾਰ, ਨਾਨਕ ਧਨ ਸੁਹਾਗਣੀ ਜੀ ਨੇ ਸਹਿ ਨਾਲ ਪਿਆ। ਸਭਨਾ ਨੇ ਜਾਣਾ, ਵਿਛੜਨਾ ਸਭਨਾ ਨੇ ਹੈ, ਸੰਯੋਗ ਵਿਯੋਗ ਧੁਰੋਂ ਹੀ ਹੁਆ। ਤਾਂ ਤੂੰ ਇਸ ਵਿੱਚੋਂ ਸੋ ਬਚਿਆ ਜਿਨ੍ਹਾਂ ਨੇ ਗੁਰੂ ਦੇ ਬਚਨ ਵਿਚਾਰੇ ਨੇ। ਬਚਿਆ ਕੌਣ ਹੈ, ਤਰਿਆ ਕੌਣ? ਗੁਰ ਸ਼ਬਦੀ ਗੁਰਮਤੀਆ, ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਦਾ ਵਿਚਾਰ ਕੀਤਾ। ਗੁਰਮੁਖ ਹੋਵੈ ਰਾਮ ਨਾਮ ਵਖਾਣ, ਆਪ ਤਰੈ ਕੁਲ ਤਾਰੇ। ਗੁਰੂ ਦੁਆਰੇ ਜੋ ਭਾਈ ਗੁਰੂ ਦੀ ਸੰਗਤ ਕਰਕੇ ਗੁਰ ਸ਼ਬਦੀ ਗੁਰਮਤੀਆ ਬਣ ਕੇ ਨਾਮ ਰਾਮ ਜਪਦਾ ਹੈ, ਉਹ ਆਪ ਤਾਂ ਤਰ ਹੀ ਜਾਂਦਾ ਹੈ, ਆਪਣੀਆਂ ਕੁੱਲਾਂ ਨੂੰ ਵੀ ਤਾਰ ਲੈਂਦਾ ਹੈ। ਐਸਾ ਨਾਮ ਹੈ ਮੇਰੇ ਪ੍ਰਭੂ ਦਾ। ਬਾਬਾ ਜੀ ਨੇ ਬਖਸ਼ਿਸ਼ਾਂ ਕਰਨੀਆਂ ਭਾਈ, ਇੱਕ ਗੁਰਮੁਖ ਕੀ ਕੁੱਲਾਂ ਨੂੰ ਉਤਾਰ ਦਿੰਦਾ ਹੈ। ਇੱਕ ਗੁਰਮੁਖ ਨਾਨਕ ਨਾਮ ਵਸੈ ਘਟ ਅੰਤਰ, ਗੁਰਮਤਿ ਮਿਲੇ ਪਿਆਰੇ।
ਜਿਨ੍ਹਾਂ ਦੇ ਹਿਰਦੇ ਦੇ ਅੰਦਰ ਮੇਰੇ ਵਾਹਿਗੁਰੂ ਦਾ ਨਾਮ ਵਸਦਾ ਹੈ, ਉਹੀ ਪਿਆਰੇ ਪਰਮੇਸ਼ਰ ਨੂੰ ਮਿਲੇ ਨੇ। ਰਾਮ ਨਾਮ ਬਿਨ ਕੋ ਥਿਰ ਨਾਹੀ ਜੀਉ, ਬਾਜੀ ਹੈ ਸੰਸਾਰਾ। ਭਾਈ ਰਾਮ ਨਾਮ ਤੋਂ ਬਿਨਾਂ ਕੋਈ ਸਥਿਰ ਨਹੀਂ, ਇਹ ਸੰਸਾਰ ਸਭ ਬਾਜੀ ਨਾਸ ਰੂਪ ਹੈ। ਦ੍ਰਿੜ ਭਗਤ ਸੱਚੀ ਜੀਉ, ਰਾਮ ਨਾਮ ਵਾਪਾਰਾ। ਭਾਈ ਰਾਮ ਨਾਮ ਦੇ ਵਪਾਰ ਰੂਪ ਸੱਚੀ ਭਗਤੀ ਨੂੰ ਦ੍ਰਿੜ ਕਰ ਨਾਮ ਜਪ। ਰਾਮ ਨਾਮ ਵਾਪਾਰਾ ਅਗਮ ਅਪਾਰਾ, ਗੁਰਮਤੀ ਧਨ ਪਾਈਐ। ਤਿਸ ਅਗਮ ਅਪਾਰ ਦੇ ਰਾਮ ਨਾਮ ਧਨ ਨੂੰ ਇਹ ਭਾਈ ਗੁਰੂ ਦੀ ਸਿੱਖਿਆ ਕਰਕੇ ਪਾਈਦਾ। ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਲਈ, ਗੁਰੂ ਦੇ ਉਪਦੇਸ਼ ਨੂੰ ਸਤ ਕਰਕੇ ਮੰਨਿਆ, ਉਹ ਬਖਸ਼ੀਸ਼ਾਂ ਦਾ ਪਾਤਰ ਬਣ ਜਾਂਦਾ ਹੈ। ਸੇਵਾ ਸੁਰਤ ਭਗਤ ਇਹ ਸਾਚੀ, ਵਿੱਚੋਂ ਆਪ ਗਵਾਈ ਹੈ। ਸ੍ਰੇਸ਼ਟ ਪ੍ਰੀਤੀ ਕਰਕੇ ਜੋ ਸਤਿਗੁਰੂ ਔਰ ਸੰਤਾਂ ਦੀ ਭਾਈ ਸੇਵਾ ਟਹਿਲ ਕਰਨੀ, ਪਰ ਪ੍ਰੀਤੀ ਹੋਵੇ, ਪਿਆਰ ਹੋਵੇ। ਸੇਵਾ ਤਾਂ ਅਨੇਕਾਂ ਕਰਦੇ ਨੇ, ਪਾਤਸ਼ਾਹ ਦੇ ਬਚਨ ਵੀ ਨੇ, ਸਤ ਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਜਿਨ੍ਹਾਂ ਦਾ ਚਿੱਤ ਲੱਗਿਆ, ਮਨ ਜੁੜਿਆ ਹੈ, ਸਫਲ ਹੈ ਉਹਨਾਂ ਦੀ ਸੇਵਾ। ਮਨ ਚਿੰਦਿਆ ਫਲ ਪਾਵਣਾ ਹੋ, ਮਹਿ ਵਿੱਚੋਂ ਜਾਏ। ਫਿਰ ਬਖਸ਼ੀਸ਼ਾਂ ਲੈਂਦੇ ਨੇ ਗੁਰੂ ਨਾਨਕ ਦੇ ਘਰੋਂ। ਵੇ ਸਮਾਗਮ ਚੱਲ ਰਹੇ ਨੇ ਸਤਪੁਰਸ਼ਾਂ ਦੇ, ਧੰਨ ਧੰਨ ਵਾਹ ਬਾਈ ਸਤ ਸਿੰਘ ਮਹਾਰਾਜ ਦੀ ਵਾਸੀ ਦੀ ਯਾਦ ਵਿੱਚ ਅਖੰਡ ਪਾਠਾਂ ਦੀਆਂ ਕੋਤਰੀਆਂ, ਜਪ ਤਪ ਸਮਾਗਮ, ਬੜੀਆਂ ਸੰਗਤਾਂ ਸੇਵਾਵਾਂ ਕਰ ਰਹੀਆਂ ਨੇ ਔਰ ਬਖਸ਼ੀਸ਼ਾਂ ਲੈਂਦੀਆਂ ਨੇ ਗੁਰੂ ਨਾਨਕ ਦੇ ਘਰੋਂ। ਜੋ ਪਾਤਸ਼ਾਹ ਫਰਮਾਉਂਦੇ ਨੇ, ਸੇਵਾ ਸੁਰਤ ਭਗਤ ਇਹ ਸਾਚੀ, ਵਿੱਚੋਂ ਆਪ ਗਵਾਈਏ, ਆਪਣਾ ਆਪ ਗਵਾਉਣਾ। ਕਿਉਂਕਿ ਸੇਵਾ ਬਖਸ਼ਦਾ ਵੀ ਮੇਰਾ ਪ੍ਰਭੂ ਆਪ, ਕਰਾਉਂਦਾ ਵੀ ਆਪ। ਆਪਾਂ ਕੌਣ ਹਾਂ ਕਰਨ ਵਾਲੇ? ਉਹ ਮਾਲਕ, ਉਹਦੀ ਬਖਸ਼ੀਸ਼ ਤੋਂ ਬਿਨਾਂ ਕੁਝ ਨਹੀਂ। ਇਹ ਪਦਾਰਥ ਦਿੱਤੇ ਵੀ ਉਸਨੇ ਨੇ, ਉਹ ਦਵਾਉਂਦਾ ਵੀ ਉਹੀ ਹੈ। ਬੜੇ ਮਾਇਆ ਧਾਰੀ ਨੇ, ਪਰ ਉਹਨਾਂ ਦੇ ਕਰਮਾਂ ਵਿੱਚ ਉਹ ਸੇਵਾ ਹੁੰਦੀ ਨਹੀਂ, ਉਹ ਭਾਵਨਾ ਬਣਦੀ ਹੀ ਨਹੀਂ। ਇੱਕ ਰਾਜਾ ਸੀ, ਬੜਾ ਧਰਮੀ ਰਾਜਾ, ਬੜਾ ਦਾਨੀ ਵੀ ਵੱਡਾ ਸੀ। ਨਿਤ ਦਾ ਨੇਮ ਸੀ ਰਾਜੇ ਦਾ, ਵੇ ਕਿ ਦਾਨ ਦੇਣਾ ਹੈ, ਗਰੀਬਾਂ ਨੂੰ ਵੰਡਣਾ। ਆਪ ਵੰਡਦਾ ਸੀ ਸਵੈਣ। ਇੱਕ ਦਿਨ ਉਸੀ ਕਤਾਰ ਵਿੱਚ ਪ੍ਰਭੂ ਦਾ ਪਿਆਰਾ ਇੱਕ ਫਕੀਰ ਵੀ ਲੱਗ ਗਿਆ ਕਿ ਅੱਜ ਮੈਂ ਵੀ ਰਾਜੇ ਦੀ ਬੜੀ ਸੋਭਾ ਸੁਣੀ ਸੀ, ਜਾਣਾ ਹੈ। ਜਦੋਂ ਵਾਰੀ ਆਈ ਫਕੀਰ ਦੀ, ਫਕੀਰ ਨੇ ਸਵਾਲ ਕਰ ਦਿੱਤਾ, ਰਾਜਨ ਮੈਂ ਦੇਖਦਾ ਤੱਕਦਾ ਸੀ ਕਿ ਜਦੋਂ ਤੂੰ ਦਾਨ ਝੋਲੀ ਵਿੱਚ ਪਾਉਂਦਾ ਹੈ, ਦਿੰਦਾ ਹੈ, ਸੀਸ ਵੀ ਨਵਾ ਲੈਂਦਾ, ਨੇਤਰ ਵੀ, ਕਾਰਨ ਕੀ? ਰਾਜਾ ਕਹਿਣ ਲੱਗਾ, ਮਹਾਂਪੁਰਖੋ, ਮਤ ਮੇਰੇ ਵਿੱਚ ਹੰਕਾਰ ਆ ਜਾਵੇ ਕਿ ਮੈਂ ਦਿੰਦਾ ਖਾਂ, ਮੈਂ ਰਾਜਾ ਖਾਂ। ਇਹ ਧਨ ਪਦਾਰਥ ਮੇਰੇ ਨਹੀਂ, ਮੇਰਾ ਤਾਂ ਕੁਝ ਨਹੀਂ, ਮੈਂ ਤਾਂ ਇੱਕ ਦੇਣ ਵਾਲਾ, ਉਸਦਾ ਚੱਕਰ ਖਾਂ, ਮੇਰੇ ਜਰੀਏ ਦਵਾਰਿਆ। ਮੈਂ ਸੀਸ ਨਵਾ ਲੈਂਦਾ ਹਾਂ, ਨੇਤਰ ਵੀ ਨੀਵੇਂ ਕਰ ਲੈਂਦਾ ਹਾਂ ਕਿ ਮੈਂ ਨਹੀਂ ਦੇ ਸਕਦਾ। ਇਹ ਮੇਰੇ ਪ੍ਰਭੂ ਦਾ ਦਾਨ, ਉਹ ਦਾਤਾ ਹੈ, ਮੈਂ ਕੌਣ ਦਾਤਾ ਹਾਂ? ਮੇਰੇ ਜਰੀਏ ਦਵਾਉਂਦਾ ਹੈ। ਮਹਾਤਮਾ ਬੜੇ ਪ੍ਰਸੰਨ ਹੋਏ, ਉਸ ਰਾਜੇ ਤੇ ਬਖਸ਼ੀਸ਼ਾਂ ਕੀਤੀਆਂ। ਕਿਉਂਕਿ ਜਦੋਂ ਮਹਾਤਮਾ ਦੀ ਦਿਆਲਤਾ ਹੋ ਜਾਵੇ ਤਾਂ ਲੋਕੀ ਦਾ ਮਾਲਕ ਪ੍ਰਸੰਨ ਹੋ ਜਾਂਦਾ ਹੈ।
ਕਿਉਂਕਿ ਮਹਾਂਪੁਰਸ਼ਾਂ ਦੀ ਦਿਆਲਤਾ, ਕਿਉਂਕਿ ਰੱਬ ਦੇ ਜਨ ਉਸ ਦੇ ਸੁਪੁੱਤਰ ਨੇ, ਫਿਰ ਬਖਸ਼ੀਸ਼ਾਂ ਮੇਰੇ ਵਾਹਿਗੁਰੂ ਦੀਆਂ ਤਤਕਾਲ ਹੋ ਜਾਂਦੀਆਂ ਨੇ। ਪਾਤਸ਼ਾਹ ਫਰਮਾਉਂਦੇ ਨੇ, ਸੇਵਾ ਸੁਰਤ ਭਗਤ ਇਹ ਸਾਚੀ, ਵਿੱਚ ਹੋ ਆਪ ਗਵਾਈਏ ਆਪਣਾ ਆਪ ਗਵਾਉਣਾ ਹੈ। ਇਸ ਦੇ ਵਿੱਚੋਂ ਆਪਾਂ ਭਾਵ ਨੂੰ ਗਵਾ ਦਈਏ ਭਗਤੀ ਕਰਕੇ। ਹਮ ਮਤਹੀਣ ਮੂਰਖ ਮੁਗਧ ਅੰਦੇ, ਸਤਿਗੁਰ ਮਾਰਗ ਪਾਏ। ਅਸੀਂ ਮੂਰਖ ਬੁੱਧੀ ਤੋਂ ਹੀਣ, ਅਗਿਆਨ ਕਰਕੇ ਅੰਧਿਆਂ ਨੂੰ ਸਤਿਗੁਰਾਂ ਨੇ ਮਾਰਗ ਵਿੱਚ ਪਾਇਆ, ਕਿਉਂਕਿ ਗੁਰੂ ਮਾਰਗ ਤੇ ਪਾਉਂਦੇ ਨੇ। ਮਾਰਗ ਤੇ ਪਾਵਨ ਲਈ ਹੀ ਰੱਬ ਦੇ ਜਨ ਭਗਤ ਸੰਤ ਜਗਤ ਵਿੱਚ ਆਉਂਦੇ ਨੇ, ਭੁੱਲਿਆਂ ਨੂੰ ਮਾਰਗ ਤੇ ਪਾਉਣ। ਸੰਤ ਸਾਈਂ ਦੇ ਜੱਗ ਵਿੱਚ ਆਏ, ਤਿੰਨਾ ਧਨ ਜਣੇਂਦੀ ਮਾਏ, ਜਿੰਨਾ ਭੁੱਲਿਆ ਰਾਹ ਰਵਾਣਾ, ਤਿੰਨਾ ਮਾਰਗ ਪਾਏ। ਭੁੱਲਿਆਂ ਨੂੰ ਮਾਰਗ ਪਾਵਨ ਦੇ ਰੱਬ ਦੇ ਪਿਆਰੇ ਇਸ ਮਾਤ ਲੋਕ ਵਿੱਚ ਜਨਮ ਧਾਰਦੇ ਨੇ। ਉਹ ਧਰਤੀ ਸੋਭਨੀਕ ਨਗਰ ਵੀ ਪੂਜਣ ਯੋਗ, ਉਹ ਕੁੱਲ ਵੀ ਧਨ, ਉਹ ਮਾਤਾ ਪਿਤਾ ਵੀ ਧਨ। ਗਿਰ ਗਿਰ ਮੈਂ ਮਾਣਕ ਨਹੀਂ, ਗਜ ਗਜ ਮੋਤੀ ਨਾਖੀ, ਵਣ ਵਣ ਮੈਂ ਚੰਦਨ ਨਹੀਂ, ਸੰਤ ਨਾ ਪੁਰ ਪੁਰ ਮਾਖੇ। ਇੱਕ ਪਹਾੜਾਂ ਵਿੱਚ ਮਾਣਕ ਨਹੀਂ ਹੁੰਦੇ, ਗੱਜ ਹਸਤੀ ਬੜੇ ਨੇ, ਪਰ ਮੋਤੀ ਸਭਨਾਂ ਦੇ ਮਸਤਕ ਵਿੱਚ ਨਹੀਂ ਹੁੰਦਾ। ਉਹ ਵੇਲੇ ਨੇ ਜਿਨ੍ਹਾਂ ਦੇ ਮੋਤੀ ਹੈ। ਬੜੇ ਜੰਗਲ ਨੇ, ਵਣ ਨੇ ਜਗਤ ਸੰਸਾਰ ਵਿੱਚ, ਪਰ ਸਭਨਾਂ ਜੰਗਲਾਂ ਦੇ ਵਿੱਚ ਚੰਦਨ ਦੇ ਰੁੱਖ ਨਹੀਂ ਹੁੰਦੇ। ਬੜੇ ਨਗਰ ਸ਼ਹਿਰ ਨੇ, ਪਰ ਸਭ ਨਗਰਾਂ ਤੇ ਸ਼ਹਿਰਾਂ ਵਿੱਚ ਰੱਬ ਦੇ ਜਨ ਦਾ ਜਨਮ ਨਹੀਂ ਹੁੰਦਾ। ਸੰਤ ਨਾ ਪੁਰ ਪੁਰ ਮਾਹੀ, ਉਹ ਨਗਰ ਵੀ ਭਾਗਾਂ ਵਾਲਾ, ਤੇ ਰੱਬ ਦੇ ਜਨ ਦਾ ਜਨਮ ਹੁੰਦਾ। ਜੋ ਪਰਉਪਕਾਰੀ ਆਪ ਤਰੇ ਤੇ ਤਾਰਨ ਹੀ ਆਉਂਦੇ ਨੇ। ਪਾਤਸ਼ਾਹ ਤਾਂ ਇਹ ਬਚਨ ਕਹਿੰਦੇ ਨੇ, ਸਾਧ ਰੂਪ ਆਪਣਾ ਤਨ ਧਾਰਿਆ, ਮਹਾ ਅਗਨ ਤੇ ਆਪ ਉਬਾਰਿਆ। ਆਪ ਤਰਲੋਕੀ ਦਾ ਮਾਲਕ ਸਾਧੂ ਦੇ ਰੂਪ ਵਿੱਚ ਆਉਂਦਾ, ਗੁਪਤ ਵਰਤਦਾ, ਆਪ ਜਪਦਾ, ਘਾਲਣਾ ਘਾਲਦਾ, ਫਿਰ ਸੋਝੀ ਵੀ ਦਿੰਦਾ। ਵੇ ਧੰਨ ਧੰਨ ਬਾਬਾ ਨੰਦ ਸਿੰਘ ਮਹਾਰਾਜ ਜੀ ਨੇ ਆਪ ਜਪਿਆ, ਆਪ ਰਿਝਾਇਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪ੍ਰਤੱਖ ਗੁਰੂ ਨਾਨਕ ਨੂੰ ਪ੍ਰਗਟ ਕੀਤਾ, ਫਿਰ ਬਖਸ਼ਿਸ਼ਾਂ ਕੀਤੀਆਂ ਕਿ ਭਾਈ ਸਤਿਗੁਰੂ ਹਾਜ਼ਰਾ ਹਜ਼ੂਰ ਨੇ, ਤੁਹਾਡੀ ਭਾਵਨਾ ਬਣ ਜਾਵੇ, ਸ਼ਰਧਾ ਬਣ ਜਾਵੇ। ਪ੍ਰਤੱਖ ਬੈਠੇ ਨੇ, ਗੋਬਿੰਦ ਭਾਉ ਭਗਤ ਦਾ ਭੁੱਖਾ, ਉਹ ਮਾਲਕ ਤਾਂ ਹਾਜ਼ਰ ਨਾਜ਼ਰ ਹੈ, ਕਿਉਂਕਿ ਰੱਬ ਦੇ ਜਾਨੇ ਮਾਰਗ ਤੇ ਪਾਉਂਦੇ ਨੇ। ਪਾਤਸ਼ਾਹ ਦੇ ਬਚਨ ਨੇ, ਸੰਤ ਕਾ ਮਾਰਗ ਧਰਮ ਕੀ ਪੌੜੀ। ਜੋ ਸੰਤਾਂ ਦਾ ਮਾਰਗ, ਰੱਬ ਦੇ ਜਨਾਂ ਦਾ ਮਾਰਗ, ਇਹ ਧਰਮ ਦੀ ਪੌੜੀ ਹੈ। ਪਰ ਪ੍ਰਾਪਤ ਕਿਹਨਾਂ ਨੂੰ, ਪਾਉਂਦਾ ਕੌਣ? ਕੋ ਵੱਡ ਭਾਗੀ ਪਾਏ, ਕੋਈ ਵੱਡਿਆਂ ਭਾਗਾਂ ਵਾਲਾ, ਪਦ ਬਲ ਪੁੰਨਾ ਵਾਲਾ। ਬਾਬਾ ਜੀ ਨੇ ਬਖਸ਼ਿਸ਼ਾਂ ਕਰਨੀਆਂ, ਭਾਈ ਭਾਗ ਵੀ ਬਣਾਇਆ ਬਣਦੇ ਨੇ। ਜੋ ਸੇਵਾ ਤੇ ਸਿਮਰਨ ਕਰੋਗੇ, ਤੁਹਾਡੇ ਭਾਗ ਬਣਨਗੇ, ਬਖਸ਼ਿਸ਼ਾਂ ਲਵੋਗੇ ਗੁਰੂ ਨਾਨਕ ਦੇ ਘਰੋਂ। ਨਾਨਕ ਗੁਰਮੁਖ ਸ਼ਬਦ ਸੁਹਾਵੇ, ਅਨ ਦਿਨ ਹਰ ਗੁਣ ਗਾਏ। ਗੁਰੂ ਦੁਆਰੇ ਉਪਦੇਸ਼ ਲੈ ਕੇ ਨਿਰੰਤਰ ਵਾਹਿਗੁਰੂ ਦੇ ਗੁਣ ਗਾਏ, ਬਖਸ਼ਿਸ਼ਾਂ ਲਈਆਂ, ਸੋਭਨੀਕ ਹੋ ਗਏ। ਆਪ ਕਰਾਏ ਕਰੇ ਆਪ ਜੀਓ, ਆਪੇ ਸ਼ਬਦ ਸਵਾਰੇ। ਆਪ ਹੀ ਵਾਹਿਗੁਰੂ ਜੀਵਾਂ ਤੋਂ ਕਰਮ ਕਰਾਉਂਦਾ ਹੈ, ਆਪ ਹੀ ਜੀਵਾਂ ਕਰਦਾ, ਆਪ ਹੀ ਗੁਰੂ ਦੁਆਰੇ ਉਪਦੇਸ਼ ਦੇ ਕੇ ਸਵਾਦ ਵੀ ਲੈਂਦਾ ਹੈ। ਕਿਉਂਕਿ ਮੇਰਾ ਮਾਲਕ ਪ੍ਰਭੂ ਕੈਸਾ ਹੈ,
ਸਭ ਕੁਝ ਉਸਦੇ ਹੁਕਮ ਦੇ ਵਿੱਚ ਹੁੰਦਾ ਹੈ। ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੁੰਦਾ। ਕਰਦਾ ਵੀ ਆਪ, ਕਰਾਉਂਦਾ ਵੀ ਆ। ਆਪਾਂ ਕੁਝ ਕਰਨ ਨੂੰ ਸਮਰੱਥ ਨਹੀਂ, ਪਰ ਉਸ ਦਾਤੇ ਪ੍ਰਭੂ ਦਾ ਇਹ ਵਿਧਾਨ, ਇਹ ਮਰਿਆਦਾ ਹੈ। ਉਹ ਕਰਮ ਫਲ ਪ੍ਰਦਾਤਾ ਹੈ। ਕਰਮਾਂ ਦੇ ਜ਼ਰੀਏ ਮਨੁੱਖ ਨੂੰ ਦੁੱਖ ਤੇ ਸੁੱਖ ਦਿੰਦਾ ਜੋ ਭੋਗਣੇ ਪੈਂਦੇ ਨੇ। ਉਹ ਸਵੈਮ ਮਨੁੱਖ ਦੇ ਆਪਣੇ ਕੀਤੇ ਕਰਮ ਹੁੰਦੇ, ਉਹ ਅੱਗੇ ਆ ਜਾਂਦੇ, ਕਿਉਂਕਿ ਉਹ ਮਾਲਿਕ ਪ੍ਰਭੂ ਕਿਸੇ ਦਾ ਮਾੜਾ ਕਰਦਾ ਨਹੀਂ, ਨਾ ਚਿਤਵਦਾ। ਸਵੈਮ ਮਨੁੱਖ ਦੇ ਆਪਣੇ ਕਰਮ ਹੀ ਅੱਗੇ ਆ ਜਾਂਦੇ ਨੇ। ਭੋਗੈ ਬਿਨ ਭਾਗੈ ਨਹੀਂ, ਕਰਮ ਗਤੀ ਬਲਵਾਨ। ਬੜੀ ਬਲ ਵਾਲੀ ਇਹ ਗਤੀ ਭੋਗਣੀ ਪੈਂਦੀ ਹੈ। ਮਨੁੱਖ ਸੋ ਤੇ ਦੋਸ਼ ਵੀ ਦਿੰਦਾ, ਪਰ ਪਾਤਸ਼ਾਹ ਫਰਮਾਉਂਦੇ ਨਹੀਂ, ਦੱਦੈ ਦੋਸ ਨਾ ਦੇਉ ਕਿਸੇ, ਦੋਸ ਕਰਮਾਂ ਆਪਣੇ ਆ। ਤੇਰੇ ਕਰਮਾਂ ਦਾ ਦੋਸ਼ ਹੈ, ਕਿਉਂ ਦੋਸ਼ ਦਿੰਦਾ? ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ, ਮਤ ਦੋਸ਼ ਦੇ ਕਿਸੇ ਨੂੰ। ਤੇਰੇ ਕੀਤੇ ਕਰਮ, ਤੇਰਾ ਬੀਜਿਆ ਬੀਜ ਤੈਨੂੰ ਅਵਸ਼ ਵੱਢਣਾ ਪੈਣਾ ਹੈ। ਪਰ ਜੇ ਉਸ ਦਾਤੇ ਦੀ ਸ਼ਰਨ ਵਿੱਚ ਆ ਜਾਵੇ, ਮਹਾਤਮਾ ਦੀ ਖੁਸ਼ੀ ਲੈ ਲਵੇ, ਫਿਰ ਉਹ ਕੱਟੇ ਵੀ ਜਾ ਸਕਦੇ। ਵੇ ਗੁਰੂ ਦੀ ਸ਼ਰਨ ਸੰਗਤ, ਜਿਵੇਂ ਸੂਲੀ ਤੇ ਚੜ੍ਹਨਾ, ਉਹ ਸੂਲ ਲੱਗੇਗੀ, ਉਹ ਨਿਕਲ ਜਾਵੇਗੀ ਸੂਲੀ ਤੋਂ। ਕਿਉਂਕਿ ਗੁਰੂ ਨਾਨਕ ਦੇ ਘਰ ਦੀਆਂ ਵੱਡੀਆਂ ਬਖਸ਼ੀਸ਼ਾਂ ਨੇ, ਕਿਉਂਕਿ ਲੇਖ ਅਮੇਟ ਹੁੰਦੇ ਨੇ, ਮਿਟਦੇ ਨਹੀਂ। ਲੇਖ ਨਾ ਮਿਟਈ ਹੈ ਸਖੀ, ਜੋ ਲਿਖਿਆ ਕਰਤਾਰ। ਕਿਉਂਕਿ ਮੇਰੇ ਵਾਹੇ ਗੁਰੂ ਨੇ ਲਿਖਿਆ ਅਮੇਟ ਹੈ, ਪਰ ਉਸ ਦੀਆਂ ਬਖਸ਼ੀਸ਼ਾਂ ਵੀ ਅਮੇਟ ਨੇ। ਉਹ ਕਰਦਾ ਵੀ ਹੈ, ਅਨੇਕਾਂ ਨੂੰ ਉਤਾਰਦਾ ਹੈ, ਇੱਕ ਨੂੰ ਨਹੀਂ। ਵੱਡਾ ਦੁੱਖ ਛੋਟਾ ਹੋ ਕੇ ਨਿਕਲ ਜਾਂਦਾ ਹੈ। ਗੁਰੂ ਦੇ ਘਰ ਆਇਆ, ਗੁਰੂ ਦੀ ਸ਼ਰਨ ਲੈ, ਪਰ ਪਾਤਸ਼ਾਹ ਫਰਮਾਉਂਦੇ ਨੇ, ਆਪ ਹੀ ਗੁਰੂ ਦੁਆਰੇ ਉਪਦੇਸ਼ ਦੇ ਕੇ ਫਿਰ ਸਵਾਰ ਵੀ ਲੈਂਦਾ ਹੈ ਕਿ ਇਸ ਨੂੰ ਸਵਾਰਨਾ ਹੈ, ਇਸ ਤੇ ਬਖਸ਼ੀਸ਼ਾਂ ਕਰਨੀਆਂ ਨੇ, ਜਿਸ ਨੂੰ ਤਾਰਨਾ। ਜਿਵੇਂ ਬਾਬਾ ਬਿਧੀ ਚੰਦ ਜੀ ਚੋਰੀਆਂ ਕਰਦੇ ਹੁੰਦੇ ਸੀ, ਉਹ ਸਾਧੂ ਮਹਾਤਮਾ ਮਿਲੇ, ਫਿਰ ਸਤਿਗੁਰੂ ਦੀ ਸ਼ਰਨ ਵਿੱਚ ਆਏ, ਗੁਰੂ ਅਰਜਨ ਦੇਵ ਮਹਾਰਾਜ ਜੀ। ਔਰ ਕੈਸੀਆਂ ਬਖਸ਼ੀਸ਼ਾਂ! ਬ੍ਰਹਮ ਦੇ ਵਿੱਚ ਲੀਨ ਹੋਏ, ਪੂਰਨ ਬ੍ਰਹਮ ਗਿਆਨੀ ਬਣ ਗਏ। ਸੇਵਾ ਟਹਿਲ ਕੀਤੀ, ਬਖਸ਼ੀਸ਼ਾਂ ਲਈਆਂ ਮਾਲਕ ਤੋਂ, ਫਿਰ ਬਲ ਦੇ ਭੱਠ ਵਿੱਚ ਵੀ ਛਾਲ ਮਾਰ ਦਿੱਤੀ ਕਿ ਮੇਰਾ ਗੁਰੂ ਸਮਰੱਥ ਹੈ। ਕਿ ਜਿਸ ਨੂੰ ਪ੍ਰਤੀਤ ਹੈ ਆਪਣੇ ਮੁਰਸ਼ਿਦ ਸਮਰੱਥ ਗੁਰੂ ਤੇ, ਫਿਰ ਗੁਰੂ ਰੱਖਦਾ ਵੀ ਹੈ, ਤਤੀ ਵਾਹ ਵੀ ਨਹੀਂ ਲੱਗੀ। ਕਿਉਂਕਿ ਮਾਲਕ ਵੱਡਾ ਹੈ, ਜਿਸ ਦਾ ਸਾਹਿਬ ਡਾਢਾ ਹੋਏ, ਤਿਸ ਨੂੰ ਮਾਰ ਨਾ ਸਕੈ ਕੋਈ। ਦਾ ਮਾਲਕ ਵੱਡਾ, ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾ ਕਾ ਅੰਤਰਜਾਮੀ। ਪਾਤਸ਼ਾਹ ਫਰਮਾਉਂਦੇ ਨੇ, ਆਪੇ ਸਤਿਗੁਰ ਆਪ ਸ਼ਬਦ ਜੀਓ, ਜੁਗ ਜੁਗ ਭਗਤ ਪਿਆਰੇ। ਆਪ ਹੀ ਸਤਿਗੁਰੂ ਸਰੂਪ ਨੇ, ਆਪ ਹੀ ਉਪਦੇਸ਼ ਰੂਪ ਨੇ। ਇਹਨੂੰ ਜੁਗਾਂ ਜੁਗਾਂ ਵਿੱਚ ਭਗਤ ਪਿਆਰੇ ਨੇ ਮੇਰੇ ਵਾਹਿਗੁਰੂ ਗੁਰੂ ਨਾਨਕ ਨੂੰ, ਕਿਉਂਕਿ ਉਹ ਭਗਤਾਂ ਦਾ ਪਿਆਰਾ। ਭਗਤ ਪਿਆਰੇ ਕੈਸੇ? ਫਿਰ ਸਤਿਗੁਰੂ ਪਾਤਸ਼ਾਹ ਜੋ ਪਿਤਾ ਬਾਬਾ ਮਹਿਤਾ ਕਾਲੂ ਜੀ ਤੋਂ 20 ਰੁਪਏ ਲੈ ਕੇ ਗਏ, ਸੱਚਾ ਸੌਦਾ ਕੀਤਾ। ਕੈਸਾ ਸੌਦਾ? ਉਹ ਸਾਧੂਆਂ ਨੂੰ ਭੋਜਨ ਛਕਾਇਆ, ਲੰਗਰ ਬਣਾ ਕੇ। ਕੈਸੀਆਂ ਬਖਸ਼ੀਸ਼ਾਂ ਦਾਤੇ ਦੀਆਂ! ਉਹ ਕੈਸਾ ਮਾਲਕ ਕਿ ਮੇਰੇ ਪਿਆਰੇ ਮੇਰੇ ਭਗਤ ਕਈ ਦਿਨਾਂ ਤੋਂ ਭੁੱਖੇ ਨੇ, ਕੁਝ ਛਕਿਆ ਨਹੀਂ, ਔਰ ਪਿਤਾ ਤੋਂ ਮਾਰ ਵੀ ਖਾਧੀ।
ਕਾਹਦੇ ਬਦਲੇ ਕਿ ਮੇਰੇ ਭਗਤ ਨੇ, ਮੇਰੇ ਪਿਆਰੇ ਨੇ। ਐਸਾ ਪ੍ਰੇਮ ਹੈ ਭਗਤਾਂ ਨਾਲ ਤਰਲੋਕੀ ਦੇ ਮਾਲਕ ਦਾ। ਉਹ ਐਸਾ ਦਾਤਾ ਜੋ ਸਤਿਗੁਰੂ ਪਾਤਸ਼ਾਹ ਉਪਦੇਸ਼ ਦਿੰਦੇ ਨੇ, ਆਪੇ ਸਤਿਗੁਰ ਆਪ ਸ਼ਬਦ ਜੀਓ, ਜੁਗ ਜੁਗ ਭਗਤ ਪਿਆਰੇ। ਜੁਗਾਂ ਜੁਗਾਂ ਵਿੱਚ ਭਗਤ ਪਿਆਰੇ ਨੇ। ਉਹ ਆਦਿ ਤੋਂ ਰੱਖਦਾ ਆਇਆ ਆਪਣੀਆਂ ਜਨਾਂ ਦੀ, ਭਗਤਾਂ ਦੀ ਪ੍ਰਤਿਗਿਆ ਪੈਜ। ਜੁਗ ਜੁਗ ਭਗਤ ਪਿਆਰੇ, ਹਰ ਆਪ ਸਵਾਰੇ, ਆਪੇ ਭਗਤੀ ਲਾਏ। ਜੁਗ ਜੁਗ ਵਿੱਚ ਭਗਤ ਹੀ ਪਿਆਰੇ ਨੇ। ਵਾਹਿਗੁਰੂ ਨੇ ਆਪ ਸਵਾਰੇ ਨੇ ਆਪਣੇ ਭਗਤ, ਆਪ ਹੀ ਆਪਣੀ ਭਗਤੀ ਵਿੱਚ ਲਾਏ। ਉਹਨਾਂ ਦਾ ਬਚਨ ਕਿਹਾ ਤਤਕਾਲ ਮੰਨਦਾ ਹੈ ਪ੍ਰਭੂ। ਜਾ ਕਾ ਕਹਿਆ ਦਰਗਹਿ ਚੱਲੈ, ਸੋ ਕਿਸ ਕੋ ਨਜ਼ਰ ਲੈ ਆਵੈ ਤੱਲੈ। ਦਰਗਾਹ ਵਿੱਚ ਮੰਨਿਆ ਜਾਂਦਾ। ਜਿਵੇਂ ਧੰਨ ਧੰਨ ਬਾਬਾ ਈਸਰ ਸਿੰਘ ਮਹਾਰਾਜ ਬਠਿੰਡੇ ਸ਼ਹਿਰ ਵਿੱਚ ਦੀਵਾਨ ਲੱਗ ਰਹੀ ਸੀ। ਪਾਣ ਤੋਂ ਬਾਅਦ ਮਹਾਂਪੁਰਸ਼ ਅਸਥਾਨ 'ਤੇ ਆਏ। ਇੱਕ ਜਗਿਆਸੂ 80-82 ਸਾਲ ਦਾ, ਨਾਲ ਉਸਦੀ ਇਸਤਰੀ, ਫਲਾਂ ਦੀ ਟੋਕਰੀ ਲੈ ਕੇ ਬਾਬਾ ਜੀ ਪਾਸੇ ਆਏ। ਬੇਨਤੀਆਂ ਕੀਤੀਆਂ, ਦਾਤ ਮੰਗੀ ਬੱਚੇ ਦੀ। ਬਾਬਾ ਜੀ ਨੇ ਬਚਨ ਕੀਤੇ, ਭਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਬੇਨਤੀ ਕਰੋ, ਸਤਿਗੁਰੂ ਬਖਸ਼ਿਸ਼ ਕਰਨਗੇ, ਤੁਹਾਡੀ ਝੋਲੀ ਭਰ ਜਾਵੇਗੀ। ਇਸ ਪੁੱਤਰ ਘਰੇ ਹੋਏ ਉਹਨਾਂ ਦੇ, ਇਹ ਬਾਬਾ ਜੀ ਪਾਸ ਵਸਤਰ ਲੈ ਕੇ ਆਏ, ਸੇਵਾਵਾਂ ਕੀਤੀਆਂ, ਅਤੇ ਨਾਂ ਵੀ ਸਤਿਗੁਰਾਂ ਨੇ ਬਾਬਾ ਜੀ ਨੇ ਆਪ ਉਹਨਾਂ ਬੱਚਿਆਂ ਦੇ ਰੱਖੇ। ਕਿਉਂਕਿ ਉਹ ਮਾਲਕ ਕੈਸਾ ਹੈ। ਉਹਨਾਂ ਨੇ ਇੱਕ ਇਹ ਵੀ ਬਚਨ ਕੀਤੇ ਬਾਬਾ ਜੀ ਨਾਲ, ਬਾਬਾ ਜੀ ਅਸੀਂ ਅੱਗੇ ਬੜੀਆਂ ਬੇਨਤੀਆਂ ਅਰਦਾਸਾਂ ਕੀਤੀਆਂ ਨੇ। ਬਾਬਾ ਜੀ ਕਹਿਣ ਲੱਗੇ, ਧੰਨ ਧੰਨ ਬਾਬਾ ਈਸਰ ਸਿੰਘ ਮਹਾਰਾਜ, ਭਾਈ ਹੁਣ ਅਸੀਂ ਤੁਹਾਨੂੰ ਇਹ ਬਚਨ ਕੀਤਾ, ਤੁਸੀਂ ਜਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਅਰਦਾਸ ਕਰੋ, ਬੇਨਤੀ ਕਰੋ। ਕਿਉਂਕਿ ਮਹਾਂਪੁਰਸ਼ਾਂ ਦਾ ਬਚਨ, ਭਗਤਾਂ ਦਾ ਬੋਲ ਦਰਗਾਹ ਵਿੱਚ ਮੰਨਿਆ ਜਾਂਦਾ ਹੈ। ਕਿਉਂਕਿ ਉਹਨਾਂ ਨੇ ਆਪ ਇੱਕ ਉਸ ਦਾਤੇ ਪ੍ਰਭੂ ਨਾਲ ਹੋਏ, ਉਸ ਦਾਤੇ ਨਾਲ ਜੋੜਨਾ ਹੈ, ਨਾ ਕਿ ਆਪਣੇ ਨਾਲ। ਉਹਨਾਂ ਦਾ ਬਚਨ ਕਿਹਾ, ਦਰਗਾਹ ਵਿੱਚ ਤਤਕਾਲ ਮੰਨਿਆ ਜਾਂਦਾ ਹੈ। ਜੋ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਉਪਦੇਸ਼ ਦਿੰਦੇ ਨੇ, ਜੁਗ ਜੁਗ ਭਗਤ ਪਿਆਰੇ, ਅਤੇ ਆਪ ਸਵਾਰੇ, ਆਪੇ ਭਗਤੀ ਲਾਏ। ਜੁਗਾਂ ਜੁਗਾਂ ਵਿੱਚ ਭਗਤ ਪ੍ਰਭੂ ਨੂੰ ਪਿਆਰੇ ਨੇ। ਵਾਹਿਗੁਰੂ ਨੇ ਆਪ ਸਵਾਰਿਆ ਭਗਤਾਂ ਨੂੰ, ਆਪ ਆਪਣੀ ਭਗਤੀ ਵਿੱਚ ਲਾਏ ਨੇ। ਜਿਨ੍ਹਾਂ ਨੂੰ ਲਾਉਂਦਾ ਹੈ ਨਾਮ ਜਪਣ, ਸੇਵਾ ਕਰਨ, ਉਹਨਾਂ 'ਤੇ ਫਿਰ ਬਖਸ਼ੀਸ਼ਾਂ ਵੀ ਕਰਦਾ ਹੈ, ਉਹਨਾਂ ਦੀ ਖਬਰ ਵੀ ਲੈਂਦਾ ਹੈ। ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਅਮਰਦਾਸ ਮਹਾਰਾਜ ਆਪੇ ਸੇਵਾ ਲਾਇਨ, ਆਪੇ ਬਖਸ਼ਿਸ਼ ਕਰੇ, ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰੇ ਕਰੇ। ਫਿਰ ਉਹ ਖਬਰ ਵੀ ਲੈਂਦਾ, ਬਖਸ਼ੀਸ਼ਾਂ ਵੀ ਕਰਦਾ। ਆਪੇ ਦਾਨਾ, ਆਪੇ ਬੀਨਾ, ਆਪੇ ਸੇਵ ਕਰਾਏ। ਆਪ ਹੀ ਸਭਨਾ ਦੇ ਹਿਰਦੇ ਦੀ ਜਾਣਨ ਵਾਲਾ ਵੱਡਾ ਦਾਨਾ ਹੈ। ਆਪ ਹੀ ਜੀਵਾਂ ਦੇ ਕਰਮਾਂ ਨੂੰ ਦੇਖਣ ਵਾਲਾ ਬੀਨਾ ਮਾਲਕ। ਆਪ ਹੀ ਆਪਣੇ ਜਨਾਂ ਤੋਂ ਸੇਵਾ ਵੀ ਕਰਾਉਂਦਾ ਹੈ ਕਿ ਤੁਸੀਂ ਸੇਵਾ ਕਰੋ, ਟਹਿਲ ਕਰੋ। ਆਪ ਲਾਉਂਦਾ ਹੈ ਸੇਵਾ ਵਿੱਚ, ਕਿਉਂਕਿ ਜਿਸ ਨੂੰ ਕੁਝ ਦੇਣਾ ਉਸ ਤੋਂ ਸੇਵਾ ਵਿੱਚ ਲਾਉਂਦਾ ਹੈ। ਪਾਤਸ਼ਾਹ ਪਾਵਨ ਬਚਨ ਕਹਿੰਦੇ ਨੇ, ਕਿਉਂਕਿ ਮਾਲਕ ਤਾਂ ਜਾਣਦਾ ਹੈ ਤੇਰੀ ਸੇਵਾ ਨੂੰ, ਤੇਰੀ ਟਹਿਲ ਨੂੰ ਉਹ ਮਾਲਕ ਦੇਖ ਰਿਹਾ ਹੈ। ਉਸ ਤੋਂ ਕੁਝ ਲੁਕਿਆ ਛੁਪਿਆ ਨਹੀਂ ਹੈ। ਫਿਰ ਬਖਸ਼ੀਸ਼ਾਂ ਵੀ ਕਰਦਾ ਹੈ, ਕਿਉਂਕਿ ਉਹ ਜਾਣੀ ਜਾਣ ਮਾਲਕ ਹੈ, ਉਸਨੂੰ ਦੱਸਣ ਦੀ ਲੋੜ ਨਹੀਂ ਪੈਂਦੀ। ਆਪੇ ਦਾਨਾ, ਆਪੇ ਬੀਨਾ, ਆਪੇ ਸੇਵ ਕਰਾਏ। ਸੇਵਕ ਲਾਇਓ, ਆਪਣੀ ਸੇਵ ਆਪ ਲਾਉਂਦਾ ਹੈ, ਕਿਉਂਕਿ ਕੁਝ ਦੇਣਾ ਹੈ, ਬਖਸ਼ੀਸ਼ਾਂ ਕਰਨੀਆਂ ਨੇ।
ਇਸ ਸੇਵਾ ਵਿੱਚ ਲਾਉਂਦਾ ਹੈ। ਆਪੇ ਗੁਣ ਦਾਤਾ ਅਵਗਣ ਕਾਟੇ, ਹਿਰਦੈ ਨਾਮ ਵਸਾਏ। ਆਪ ਹੀ ਗੁਣਾਂ ਦਾ ਦਾਤਾ, ਹਿਰਦੇ ਵਿੱਚ ਨਾਮ ਵਸਾ ਕੇ ਔਗੁਣਾਂ ਨੂੰ ਕੱਟ ਦਿੰਦਾ ਹੈ। ਕਿਉਂਕਿ ਗੁਣ ਬਖਸ਼ਦਾ ਹੈ, ਔਗੁਣਾਂ ਨੂੰ ਕੱਟਦਾ ਹੈ ਆਪ ਬਖਸ਼ਿਸ਼ਾਂ ਕਰਕੇ, ਕਿਉਂਕਿ ਧਾਰਨਾ ਹੈ। ਨਾਨਕ ਸਦ ਬਲਿਹਾਰੀ ਸੱਚੇ, ਬੇਟੋ ਆਪੇ ਕਰੇ ਕਰਾਏ। ਪਾਤਸ਼ਾਹ ਫਰਮਾਉਂਦੇ ਨੇ, ਭਾਈ ਤੇ ਸੱਚੇ ਦੇ ਉੱਪਰੋਂ ਮੈਂ ਸਦੀਵੀ ਬਲਿਹਾਰ ਜਾਂਦਾ ਹਾਂ, ਜੋ ਆਪ ਹੀ ਜੀਵਾਂ ਦਾ ਕਰਤਾ, ਆਪ ਹੀ ਨਾ ਤੋ ਕਰਮ ਕਰਾਮਦਾ। ਉਹ ਐਸਾ ਮਾਲਿਕ ਹੈ ਮੇਰਾ ਪ੍ਰਭੂ। ਗੌੜੀ ਮਹੱਲਾ ਤੀਜਾ, ਗੁਰ ਕੀ ਸੇਵਾ ਕਰ ਪਿਰਾ ਜੀਓ, ਹਰਿ ਨਾਮ ਧਿਆਏ। ਪਾਤਸ਼ਾਹ ਪਾਵਨ ਉਪਦੇਸ਼ ਦਿੰਦੇ ਨੇ, ਸ਼ੁਭ ਬੁੱਧੀ ਰੂਪੀ ਇਸਤਰੀ ਜੀਵ ਰੂਪੀ ਪਤੀ ਨੂੰ ਉਪਦੇਸ਼ ਦਿੰਦੀ ਹੈ ਕਿ ਹੇ ਪਤੀ, ਗੁਰੂ ਦੀ ਸੇਵਾ ਕਰਕੇ ਪਰਮੇਸ਼ਰ ਦੇ ਨਾਮ ਨੂੰ ਧਿਆਵਣਾ ਕਰ। ਗੁਰ ਕੀ ਸੇਵਾ ਕਰ ਪਿਰਾ ਜੀਓ, ਹਰਿ ਨਾਮ ਧਿਆਏ। ਮਨ ਜਹੋਂ ਦੂਰ ਨਾ ਜਾਕੇ ਪਿਰਾ ਜੀਓ, ਘਰ ਬੈਠਿਓ ਹਰਿ ਪਾਏ। ਕਿ ਜੀਵ ਪਤੀ, ਤੂੰ ਮੇਰੇ ਤੋਂ ਦੂਰ ਨਾ ਜਾ, ਪਰਮੇਸ਼ਰ ਦਾ ਉਪਾਸਕ ਬਣ ਜਾ। ਬਾਝ ਮੁਖ ਨਾ ਹੋ, ਅੰਤਰਮੁਖੀ ਹੋ, ਤੋ ਘਰ ਬੈਠਿਆਂ ਹੀ ਪ੍ਰਭੂ ਨੂੰ ਪਾ ਲਵੇਂਗਾ। ਘਰ ਬੈਠਿਆ ਹਰਿ ਪਾਏ, ਸਦਾ ਚਿਤ ਲਾਏ, ਸਹਿਜੇ ਸਤ ਸੁਭਾਏ। ਪਾਤਸ਼ਾਹ ਫਰਮਾਉਂਦੇ ਨੇ, ਘਰ ਬੈਠਿਆਂ ਹੀ ਵਾਹਿਗੁਰੂ ਨੂੰ ਪਾ ਲਵੇਂਗਾ, ਜੋ ਤਿਸ ਵਿੱਚ ਸਦਾ ਚਿੱਤ ਨੂੰ ਲਾਵੇਂਗਾ। ਐਸਾ ਮੇਰਾ ਕਹਿਆ ਮੰਨ ਲਵੇਂਗਾ, ਤਬ ਸੁਭਾਵ ਕੀ ਸਤ ਸਰੂਪ ਵਾਹਿਗੁਰੂ ਨੂੰ ਪਾ ਕੇ ਸੋਭਾਵਾਨ ਹੋਵੇਗਾ। ਗੁਰ ਕੀ ਸੇਵਾ ਖਰੀ ਸੁਖਾਲੀ, ਜਿਸਨੋਂ ਆਪ ਕਰਾਏ। ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਦੀ ਸੇਵਾ, ਗੁਰੂ ਦੀ ਟਹਿਲ ਅਤੀ ਸੁਗਮ ਹੈ। ਸੁਖਾਲੀ ਸੁਗਮ ਨੂੰ ਪ੍ਰੇਰਣਾ ਦੁਆਰਾ ਵਾਹਿਗੁਰੂ ਆਪ ਹੀ ਕਰਾਏ, ਉਹੀ ਕਰਦਾ ਹੈ। ਸੇਵਕ ਲਾਇਓ ਆਪਣੀ ਸੇਵ ਆਪ ਲਾਉਂਦਾ ਹੈ। ਨਾਮੋ ਬੀਜੈ ਨਾਮੋ ਜਮੈ, ਨਾਮੋ ਮਨ ਵਸਾਏ। ਅੰਤ ਛਕਾਣ ਵਿੱਚ ਗੁਰੂ ਦੁਆਰੇ ਨਾਮ ਉਪਦੇਸ਼ ਸਰਵਣ ਕਰੇ ਭਾਈ। ਇਸ ਮਨ ਵਿੱਚ ਨਾਮ ਮਨਨ ਕਰੇ, ਨਾਮ ਨੂੰ ਮਨ ਵਿੱਚ ਵਸਾਵੇ, ਨਿਧਿਆਸਨ ਕਰੇ, ਵਿਚਾਰ ਸਹਿਤ ਕਮਾ ਲਵੇ ਕਿ ਮੇਰੇ ਗੁਰੂ ਦਾ ਬਚਨ। ਨਾਨਕ ਸੱਚ ਨਾਮ ਵਡਿਆਈ, ਪੂਰਬ ਲਿਖਿਆ ਪਾਏ। ਸੱਚੇ ਨਾਮ ਕਰਕੇ ਵਡਿਆਈ ਮਿਲਦੀ, ਸੋ ਨਾਮ ਪੂਰਬ ਲਿਖੇ ਭਾਗਾਂ ਨਾਲ ਪਾਈਦਾ। ਹਰਿ ਕਾ ਨਾਮ ਮੀਠਾ ਪਿਰਾ ਜੀਓ, ਜਾ ਚਾਖੇ ਚਿਤ ਲਾਏ। ਕਿ ਮੇਰੇ ਜੀਵ ਪਤੀ, ਹਰੀ ਦਾ ਨਾਮ ਮਿੱਠਾ ਲੱਗਦਾ। ਜਬ ਤੂੰ ਚਿੱਤ ਲਾ ਕੇ ਤਿਸ ਨੂੰ ਚੱਖੇਗਾ, ਫਿਰ ਮਿੱਠਾ ਲੱਗੇਗਾ। ਜਪਣਾ ਕਰੇਗਾ ਚਿੱਤ ਲਾ ਕੇ। ਰਸਨਾ ਹਰ ਰਸ ਚਾਖ ਮੋਏ ਜੀਓ, ਅਨ ਰਸ ਸੌਦ ਗਵਾਏ। ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਸੱਚ ਨਾਮ ਵਡਿਆਈ, ਪੂਰਬ ਲਿਖਿਆ ਪਾਏ। ਸੱਚੇ ਨਾਮ ਕਰਕੇ ਵਡਿਆਈ ਮਿਲਦੀ, ਸੋ ਨਾਮ ਪੂਰਬ ਲਿਖੇ ਭਾਗਾਂ ਨਾਲ ਪਾਈਦਾ। ਹਰਿ ਕਾ ਨਾਮ ਮੀਠਾ ਪਿਰਾ ਜੀਓ, ਜਾ ਚਾਖੇ ਚਿਤ ਲਾਏ। ਇਹ ਜੀਵਪਤੀ ਵਾਹਿਗੁਰੂ ਦਾ ਨਾਮ ਮਿੱਠਾ ਲੱਗਦਾ, ਪਰ ਚਿੱਤ ਲਾ ਕੇ ਚੱਖੇ, ਜਪਣਾ ਕਰੇ। ਰਸਨਾ ਹਰ ਰਸ ਚਾਖ ਮੋਏ ਜੀਓ, ਅੰਨ ਰਸ ਸਾਧ ਗਵਾਏ। ਕਿ ਪਿਆਰੇ ਜੀਵ, ਰਸਨਾ ਕਰਕੇ
ਔਰ ਰਸਾਂ ਦੇ ਸਵਾਦ ਨੂੰ ਛੱਡ ਦੇ, ਤਿਆਗ ਦੇ। ਵਾਹਿਗੁਰੂ ਦੇ ਨਾਮ ਦੇ ਰਸ ਨੂੰ ਚੱਖ, ਜਪ। ਕੈਸੀਆਂ ਬਖਸ਼ੀਸ਼ਾਂ ਮਿਲਦੀਆਂ ਨੇ। ਸਦਾ ਹਰ ਰਸ ਪਾਏ, ਜਾਂ ਹਰ ਪਾਏ ਰਸਨਾ ਸ਼ਬਦ ਸੁਹਾਏ। ਜਦ ਵਾਹਿਗੁਰੂ ਦੇ ਮਨ ਵਿੱਚ ਤੇਰੇ ਗੁਣ ਭਾ ਗਏ, ਤੇਰੇ ਤੇ ਪ੍ਰਸੰਨ ਹੋਇਆ ਮੇਰਾ ਵਾਹਿਗੁਰੂ, ਤਬ ਤੂੰ ਵਾਹਿਗੁਰੂ ਦੇ ਰਸ ਨੂੰ ਸਦਾ ਪਾਵੇਂਗਾ। ਰਸਨਾ ਸ਼ਬਦ ਵਿੱਚ ਸੁਹਾਵੇਗੀ ਤੇਰੀ। ਨਾਮ ਤੇ ਆਏ ਸਦਾ ਸੁਖ ਪਾਏ, ਨਾਮ ਰਹੇ ਲੈ ਬਲਾਏ। ਨੇ ਨਾਮੀ ਵਿੱਚ ਵਰਤੀ ਲਾਈ, ਵਾਹਿਗੁਰੂ ਦੇ ਨਾਮ ਨੂੰ ਜਪਿਆ ਤੇ ਨਿਸ ਦੀਵੀ ਸੁਖ ਪਾਇਆ। ਨਾਮੇ ਉਪਜੈ ਨਾਮੇ ਵਿਨਸੈ, ਨਾਮੇ ਸੱਚ ਸਮਾਏ। ਪਾਤਸ਼ਾਹ ਫਰਮਾਉਂਦੇ ਨੇ ਨਾਮ ਦੇ ਜਪਣੇ ਕਰਕੇ ਸ਼ੁਭ ਗੁਣ ਪ੍ਰਗਟ ਹੋ ਜਾਂਦੇ ਨੇ। ਜੇ ਆਪਾਂ ਨਾਮ ਜਪਣ ਲੱਗ ਜਾਈਏ, ਨਿਤ ਦੇ ਨੇਮੀ ਬਣੀਏ, ਨਾਮ ਜਪੀਏ ਪ੍ਰਭੂ ਦਾ, ਸ਼ੁਭ ਗੁਣ ਪ੍ਰਗਟ ਹੋ ਜਾਂਦੇ ਨੇ। ਨਾਮ ਕਰਕੇ ਔਗਣ ਪਾਪ ਨਾਸ ਹੋ ਜਾਂਦੇ ਨੇ। ਨਾਮ ਦੇ ਜਪਿਆਂ ਸੱਚ ਸਰੂਪ ਦੇ ਵਿੱਚ ਸਮਾਵਣੀ ਹੁੰਦੀ ਹੈ। ਨਾਨਕ ਨਾਮ ਗੁਰਮਤੀ ਪਾਈਐ, ਆਪੇ ਲੈ ਲਵਾਏ। ਸੋ ਨਾਮ ਗੁਰੂ ਦੀ ਸਿੱਖਿਆ ਨਾਲ ਮਿਲਦਾ ਹੈ। ਆਪ ਹੀ ਜਗਿਆਸੂ ਰੂਪ ਹੋ ਕੇ ਨਾਮ ਲੈਣੇ ਵਾਲਾ ਹੈ। ਆਪ ਹੀ ਮੇਰਾ ਵਾਹਿਗੁਰੂ ਗੁਰੂ ਰੂਪ ਹੋ ਕੇ ਨਾਮ ਜਪਾਵਣ ਵਾਲਾ ਵੀ ਆਪ ਹੈ। ਇਹ ਵਡਾਣੀ ਚਾਕਰੀ ਪਿਰਾ ਜੀਓ, ਧਨ ਛੋੜ ਪਰਦੇਸ ਸਦਾਏ। ਇਹ ਜੀਪਤੀ ਇਹੀ ਵਿਗਾਨੀ ਚਾਕਰੀ ਹੈ ਜੋ ਤੂੰ ਬੈਤਰੀ ਨੂੰ ਛੱਡ ਕੇ ਪਰਦੇਸ ਵਿੱਚ ਜਾਂਦਾ ਹੈ। ਭਾਵ ਸੇ ਸ਼ੁਭ ਬੁੱਧੀ ਨੂੰ ਤਿਆਗ ਕੇ ਸਕਾਮ ਕਰਮਾਂ ਵਿੱਚ ਪ੍ਰਵਿਰਤ ਹੁੰਦਾ। ਦੂਜੈ ਕਿਨੈ ਸੁਖ ਨਾ ਪਾਇਓ ਪਿਰਾ ਜੀਓ, ਵਿਖਿਆ ਲੋਭ ਲਵਾਏ। ਕਿ ਜੀਪਤੀ ਦੂਜੇ ਭਾਵ ਵਿੱਚ ਲਾ ਕੇ ਵਿਸ਼ਿਆਂ ਦੇ ਲੋਭ ਵਿੱਚ ਲਵਾਏਮਾਨ ਹੋ ਕੇ ਕਿਸੇ ਨੇ ਅੱਜ ਤੱਕ ਸੁੱਖ ਨਹੀਂ ਪਾਇਆ। ਵੇਖਿਆ ਲੋਭ ਲਵਾਏ ਭਰਮ ਬੁਲਾਏ, ਉਹ ਕਿਉਂ ਘਰ ਸੁਖ ਪਾਏ। ਜੋ ਵਿਸ਼ਿਆਂ ਵਿਕਾਰਾਂ ਦੇ ਲੋਭ ਵਿੱਚ ਲਵਾਏਮਾਨ ਹੋ ਕੇ ਭਰਮ ਵਿੱਚ ਭੁੱਲੇ ਹੋਏ ਨੇ, ਉਹ ਕਿਸ ਪ੍ਰਕਾਰ ਸੁਖ ਪਾਵਣ। ਕਿਸੇ ਪ੍ਰਕਾਰ ਵੀ ਨਸੀਬ ਨਹੀਂ ਹੁੰਦਾ ਸੁਖ। ਚਾਕਰੀ ਵਡਾਣੀ ਖਰੀ ਦੁਖਾਲੀ, ਆਪ ਵਿੱਚ ਧਰਮ ਗਵਾਏ। ਵਾਹਿਗੁਰੂ ਦਾ ਨਾਮ ਛੱਡ ਕੇ ਔਰ ਦੀ ਉਪਾਸਨਾ ਨੂੰ ਵਿਗਾਨੀ ਚਾਕਰੀ ਕਰਨੀ, ਅਵੇ ਤਵੇ ਦੀ, ਇਹ ਤੀ ਔਖੀ। ਆਪਣੇ ਆਪ ਨੂੰ ਵੇਚ ਕੇ ਧਰਮ ਦਾ ਗਵਾਵਣਾ ਹੀ ਹੈ। ਮਾਇਆ ਬੰਧਨ ਟਿਕੈ ਨਾਹੀ, ਖਿਨ ਖਿਨ ਦੁੱਖ ਸਤਾਏ। ਮਾਇਆ ਦੇ ਬੰਧਾਂ ਵਿੱਚ ਬੰਦੇ ਹੋਏ ਅੰਤਿਸ਼ਕਣ ਸਥਿਤ ਹੁੰਦੇ ਨਹੀਂ। ਖਿਨ ਖਿਨ ਵਿੱਚ ਦੁੱਖਾਂ ਦੇ ਸਤਾਏ ਪੀੜਿਤ ਰਹਿੰਦੇ ਨੇ। ਨਾਨਕ ਮਾਇਆ ਕਾ ਦੁਖ ਤਦੇ ਚੂਕੈ, ਜਾ ਗੁਰ ਸਬਦੀ ਚਿਤ ਲਾਏ। ਇਸ ਮਾਇਆ ਦਾ ਦੁੱਖ ਤਬ ਦੂਰ ਹੋਵੇਗਾ ਜਦ ਇਹ ਭਾਈ ਤੂੰ ਗੁਰੂ ਦੇ ਚਰਨਾਂ ਵਿੱਚ ਚਿਤ ਲਾਵੇਂ। ਮਨ ਮੁਖ ਮੁਗਦ ਗਵਾਰ ਪਿਰਾ ਜੀਓ, ਸ਼ਬਦ ਮਨ ਨਾ ਵਸਾਏ। ਕਿ ਜੀਵਪਤੀ ਤੂੰ ਵਾਹਿਗੁਰੂ ਤੋਂ ਤੇ ਸਨਮੁਖ ਹੋਇਆ ਅਤੀ ਮੂਰਖ ਹੈ। ਕਿਉਂਕਿ ਗੁਰੂ ਦੇ ਉਪਦੇਸ਼ ਉਹ ਬ੍ਰਹਮ ਨੂੰ ਹਿਰਦੇ ਵਿੱਚ ਨਹੀਂ ਵਸਾਉਂਦਾ। ਤੂੰ ਸਨਮੁਖ ਹੋ। ਮਾਇਆ ਕਾ ਭ੍ਰਮ ਅੰਧ ਪਿਰਾ ਜੀਓ, ਹਰ ਮਾਰਗ ਕਿਉਂ ਪਾਏ। ਕਿ ਜੀਵਪਤੀ ਤੂੰ ਮਾਇਆ ਦਾ ਭਰਮਾਇਆ ਹੋਇਆ ਅੰਧਾ ਹੋ ਰਿਹਾ, ਵਾਹਿਗੁਰੂ ਦੇ ਮਾਰਗ ਨੂੰ ਕਿਵੇਂ ਪਾਵੇਂਗਾ। ਕਿਉਂ ਮਾਰਗ ਪਾਏ ਬਿਨ ਸਤਿਗੁਰ ਪਾਏ, ਮਨ ਮੁਖ ਆਪ ਗਣਾਏ।
ਸਤਿਗੁਰੂ ਵਿੱਚ ਭਾਵਨਾ ਕੀਤੇ ਤੋਂ ਬਿਨਾਂ ਕਿਵੇਂ ਤੂੰ ਵਾਹਿਗੁਰੂ ਦੇ ਮਾਰਗ ਨੂੰ ਪਾਵੇਂਗਾ। ਮਨ ਮੁਕਤਾ ਕਰਕੇ ਆਪਣੇ ਆਪ ਨੂੰ ਗਣਾਉਂਦਾ ਹੰਕਾਰੀ ਹੋ ਰਿਹਾ। ਕਰ ਕੇ ਚਾਕਰ ਸਦਾ ਸੋਹਿਲੇ, ਗੁਰ ਚਰਣੀ ਚਿਤ ਲਾਏ। ਜੋ ਵਾਹਿਗੁਰੂ ਦੇ ਚਾਕਰ ਨੇ ਸਦਾ ਸੁਖੀ ਨੇ, ਜਿਨ੍ਹਾਂ ਨੇ ਗੁਰੂ ਦੇ ਚਰਨਾਂ ਵਿੱਚ ਚਿੱਤ ਲਾਇਆ। ਜੈਸਨ ਹਰ ਜੀਉ ਕਰੇ ਕਿਰਪਾ, ਸਦਾ ਹਰ ਕੇ ਗੁਣ ਗਾਏ। ਨਾਨਕ ਨਾਮ ਰਤਨ ਜਗ ਲਾਹਾ, ਗੁਰਮੁਖ ਆਪ ਬੁਝਾਏ। ਇਸ 'ਤੇ ਮੇਰੇ ਵਾਹਿਗੁਰੂ ਨੇ ਆਪ ਕਿਰਪਾ ਕੀਤੀ। ਉਹ ਸਦਾ ਵਾਹਿਗੁਰੂ ਦੇ ਗੁਣ ਗਾਉਂਦਾ। ਉਹ ਪੁਰਸ਼ ਵਾਹਿਗੁਰੂ ਨੇ ਗੁਰੂ ਦੁਆਰੇ ਆਪ ਸਮਝਾਇਆ, ਉਹਨਾਂ ਨੂੰ ਸੋਝੀ ਦਿੱਤੀ ਸੱਚੇ ਮਾਲਕ ਨੇ ਗੁਰੂ ਦੇ ਜ਼ਰੀਏ। ਅਤੇ ਇਹਨਾਂ ਨੂੰ ਹੀ ਨਾਮ ਰਤਨ ਦੇ ਜਾਪ ਦਾ ਲਾਭ ਜਗਤ ਵਿੱਚ ਭਾਈ ਪ੍ਰਾਪਤ ਹੋਇਆ। ਬਖਸ਼ੀਸ਼ਾਂ ਮਿਲੀਆਂ ਗੁਰੂ ਵਾਲੇ ਬਣੇ। ਸਤਿਗੁਰੂ ਦੇ ਉਪਦੇਸ਼ 'ਤੇ ਚੱਲੀਏ, ਗੁਰ ਸ਼ਬਦੀ ਗੁਰਮਤੀਏ ਬਣੀਏ। ਨਾਮ ਨੂੰ ਜਪੀਏ, ਸੰਗ ਕਰੀਏ, ਸਤਪੁਰਸ਼ਾਂ ਦਾ ਆਪਣਾ ਅਮੋਲਕ ਜਨਮ ਸਫਲ ਹੋ ਜਾਵੇ। ਹੇ ਅਚੁੱਤ ਅਬਨਾਸੀ ਅਗਨਾਸ, ਹੇ ਪੂਰਨ